कबीर मेरी जात को सबको हसने हार, बलिहारी इस जात को जह जप्यो सिरजनहार। वाहिगुरु जी का खालसा, वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र खजूरी अंदर संध्या दे इस विशेष गुरमत समागम दी आप जी हाजरी भर रहे हो। आप जी ने सोदर साहब जी दे पाठ तो लैके हुण तक गुरबाणी कीर्तन इतिहासक विचारां सरवण कीतियां ने। भगत कबीर साहब जी आपां कीता सी पर विचार नहीं सी हो सकी। आओ इस अमृत बचन नूं सतगुरु साहब मेहर करन आप विच वरत के टिका इकाग्रता नाल आप ही विचार करा लैन। आप जितने सतगुरां दी चरण शरण विच इत्थे सुभाएमान हो, अपने घरां विच बैठ के विचार सरवण कर रहे हो। असीस बख्श दे होए उच्चारण करो जी सतनाम श्री वाहेगुरु जी। फिर उच्चारण करो जी सतनाम श्री वाहेगुरु जी। भगत कबीर साहब जी दे इस श्लोक दे अंदर उन्होंने ने अपने निजी जो उन्हों दी जिंदगी है जीवन है उस नाल संबंधित ये बचन कीते। अखरी अर्थ बड़े सरल ने जी, बड़ी छेती समझ पै रहा श्लोक। फिर भी असी अर्थ दे करांगे। कबीर मेरी जात को, भगत कबीर साहब जी कह रहे हैं मेरी जात नूं पौध अर्थ नूं। कबीर मेरी जात को, मेरी जात नूं सब को हसने हार। सारे लोग जिहड़े ने वो मेरी जात दा मजाक उड़ांदे ने, मैनू मखौल करदे ने ते मैनू जात दे नां ते खांसी करदे ने, मैनू हसदे ने, मखौल ठट्ठा करदे ने। कबीर मेरी जात को सब को हसने हार। पर अगे बचन कर रहे ने बलिहारी इस जात को। कहते मैं तो अपनी इस जात तो कुर्बान जाना, बलिहार जाना वा। जे जप्यो सिरजनहार, जिस जाति विच रह के, जिस जात विच रह के सारे संसार दी सिरजना करन वाला जो करता पुरख वैगुरु है, मैं उस दी आराधना कीती, ओनू जपिया। तुसी मेरी जात दा मजाक उड़ांदे पे हो, पर कहने मैं तो कुर्बान जाना अपनी इस जाति तो, क्योंकि इस विच पैदा हो के मैं हंकार तो बच के उस निरंकार दी सिरजनहार दी इबादत की। एक अर्ज मैं आप जी नूं करांगा थोड़ी जी, क्योंकि श्लोक क्यों नहीं सी गल कीता, बहुत जरूरी सन कुछ बातां करनी। असल च भगत कबीर साहब जी उन्हां दी जिहड़ी वर्ण वंड मुताबक जात है, असी शब्द वरतने जुलाहा, उन्होंने बाणी च वरत्या जात जुलाहा मत का तीर सहज सहज गुण रवै कबीर।
ਉਹ ਖੱਡੀ ਕੱਪੜੇ ਬੁਣ ਦਾ ਕੰਮ ਕਰਦੇ ਸਨ ਜੀ, ਖੱਡੀ ਲਾਉਂਦੇ ਸਨ, ਤਾਣਾ ਤਣਦੇ ਸਨ। ਪਰ ਉਸ ਵਕਤ ਭਾਰਤ ਵਿੱਚ, ਮੈਂ ਮੱਧ ਯੁੱਗ ਦੀ ਗੱਲ ਕਰ ਰਿਹਾ, ਅੱਜ ਵੀ ਹਾਲਤ ਇਹੀ ਹੈ ਤੇ ਆਪਣੇ ਸਿੱਖਾਂ ਵਿੱਚ ਵੀ ਇਹੀ ਹੈ। ਮੱਧ ਯੁੱਗ ਦੇ ਅੰਦਰ ਜਦੋਂ ਭਗਤੀ ਲਹਿਰ ਸ਼ੁਰੂ ਹੋਈ, ਉਸ ਤੋਂ ਪਹਿਲਾਂ ਵੀ ਭਾਰਤ ਵਿੱਚ ਜਿਹੜੀ ਵਰਨ ਵੰਡ ਹੈ, ਜਾਤੀ ਦੇ ਆਧਾਰ ਦੇ ਉੱਪਰ ਭੇਦ ਭਾਵ, ਊਚ ਨੀਚਤਾ ਬਹੁਤ ਮੰਨੀ ਜਾਂਦੀ ਸੀ। ਉਥੇ ਜਿਹੜੇ ਅਸਲ 'ਚ 4 ਵਰਨ ਨੇ, ਆ ਬਾਣੀ 'ਚ ਦਾ ਬੜੀ ਬੜੀ ਜ਼ਿਕਰ ਹੁੰਦਾ ਹੈ। ਕੁਝ ਸਤਿਗੁਰਾਂ ਨੇ ਸਿੱਧਾ ਵੀ ਸ਼ਬਦ ਵਰਤਿਆ, ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਉਪਦੇਸ਼ 4 ਵਰਨਾ ਕੋ ਸਾਂਝਾ। ਪਰ ਜਦੋਂ ਅਸੀਂ ਇਹ ਪੜ੍ਹਦੇ ਹਾਂ ਵੀ ਇਹ ਜਾਤ, ਇਹ ਵਰਨ ਬਣੇ ਕਿਵੇਂ, ਆਮ ਤੌਰ ਤੇ ਅਸੀਂ ਮਨੁ ਸਿਮਰਤੀ ਦਾ ਜ਼ਿਕਰ ਕਰਨੇ ਆ। ਅਸਲ 'ਚ ਜੇ ਇਸ ਜਾਤ ਵਰਨ ਦੀਆਂ ਜੜ੍ਹਾਂ ਵੀ ਜਾਓ ਤੇ ਇਹ ਵੇਦ ਵਿੱਚੋਂ ਮਿਲਦਾ ਹੈ। ਵੇਦ ਤੋਂ ਗੱਲ ਸ਼ੁਰੂ ਹੁੰਦੀ ਹੈ, ਬ੍ਰਾਹਮਣ ਹੈ, ਖੱਤਰੀ ਹੈ, ਸੂਦ ਹੈ ਤੇ ਵੈਸ਼ ਹੈ। ਇਹਨੂੰ ਇੱਕ ਤਰੀਕੇ ਨਾਲ, ਇਹ ਮੈਂ ਬੇਨਤੀ ਕਰਾਂਗਾ, ਇਹ ਉਹਨਾਂ ਦੀ ਫਿਲਾਸਫੀ ਹੈ, ਪਰ ਸਾਨੂੰ ਸੁਣ ਜ਼ਰੂਰ ਲੈਣਾ ਚਾਹੀਦਾ ਵੀ ਕਾਰਨ ਕੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ 3-4 ਭਗਤ ਨੇ ਜਿਨ੍ਹਾਂ ਨੂੰ ਜਾਤੀ ਦੇ ਨਾਂ ਤੇ ਸੱਚਮੁੱਚ ਇੰਨਾ ਕੁ ਅਪਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੀ ਧੁਰਕੀ ਬਾਣੀ ਵਿੱਚੋਂ ਸ਼ਬਦ ਦਰਜ ਕਰ ਦਿੱਤੇ ਕਿ ਇਸ ਧਰਤੀ ਤੇ ਸਾਡੇ ਨਾਲ ਜਾਤੀ ਦੇ ਆਧਾਰ ਤੇ ਕਿੰਨਾ ਕੁ ਧੱਕਾ ਹੋਇਆ। ਮੈਂ ਆਪਾਂ ਸਾਰੇ ਬਚਨੋਂ ਬਾਣੀ ਚੋਂ ਲਾਂਗੇ, ਪਰ ਇੱਕ ਨਜ਼ਰੀਆ ਹੋਰ ਗੁਰਮਤ ਦਾ ਇਸ ਸੰਬੰਧੀ ਕੀ ਸਤਿਗੁਰੂ ਕੀ ਸਾਨੂੰ ਸਮਤ ਦਿੰਦੇ। ਉਸ ਵਿੱਚ ਉਹ ਕਹਿੰਦੇ ਸਨ ਕਿ ਜਿਹੜੇ ਇਹ 4 ਵਰਨ ਨੇ, ਬ੍ਰਾਹਮਣ, ਖੱਤਰੀ, ਸੂਦ ਤੇ ਵੈਸ਼, ਇਹ ਬ੍ਰਹਮਾ ਜੀ ਦੀ ਬਾਡੀ ਚੋਂ ਨਿਕਲੇ ਨੇ, ਉਹਨਾਂ ਦੇ ਤਨ ਚੋਂ ਨਿਕਲੇ। ਉਹ ਕਹਿੰਦੇ ਬ੍ਰਹਮਾ ਜੀ ਦਾ ਜਿਹੜਾ ਮੁਖ ਹੈ, ਉਸ ਮੁਖ ਦੇ ਵਿੱਚੋਂ ਬ੍ਰਾਹਮਣ ਪੈਦਾ ਹੋਇਆ। ਜਿਹੜੇ ਬ੍ਰਹਮਾ ਜੀ ਦੀਆਂ ਬਾਹਾਂ ਨੇ, ਉਹਦੇ ਵਿੱਚੋਂ ਅਕਸ਼ਤਰੀ, ਜਿਹਨੂੰ ਆਪਾਂ ਗੁਰਮੁਖੀ ਚ ਪੰਜਾਬੀ ਚ ਖੱਤਰੀ ਸ਼ਬਦ ਵਰਤ ਲੈਂਦੇ, ਛਤਰੀ ਸ਼ਬਦ ਹੀ ਵਰਤਨੇ, ਅਕਸ਼ਤਰੀ ਸ਼ਬਦ ਹੀ ਵਰਤਿਆ ਜਾਂਦਾ ਹੈ। ਕਿਉਂਕਿ ਆਪ ਨੂੰ ਪਤਾ ਹੋਣਾ, ਮੈਂ ਫਿਰ ਵਿਆਕਰਣ ਵੱਲ ਨਹੀਂ ਆਵਾਂਗਾ, ਦੇਵਨਾਗਰੀ ਵਿੱਚ 3 ਛੱਛੇ ਬੋਲੇ ਜਾਂਦੇ ਆ ਤੇ ਸਾਨੂੰ ਪੜ੍ਹਾਉਂਦਿਆਂ ਕਹਿੰਦੇ ਹੁੰਦੇ ਸੀ ਇੱਕ ਛੱਛਾ ਸ਼ਲਗਮ ਵਾਲਾ, ਜਿਹਦੇ ਨਾਲ ਸ਼ਲਗਮ ਲਿਖਿਆ ਜਾਂਦਾ ਹੈ। ਇੱਕ ਛੱਛਾ ਹੁੰਦਾ ਸੀ ਛੱਟ ਖੋਣ ਵਾਲਾ, ਜਿਹਦੇ ਪੇਟ ਵਿੱਚ ਲਕੀਰ ਖਿੱਚਦੇ ਸਨ ਅੱਖਰ ਦੇ। ਇੱਕ ਛੱਛਾ ਹੁੰਦਾ ਸੀ ਛਤਰੀ, ਜਿੱਦ ਤੋਂ ਬਣਦਾ ਅਕਸ਼ਤਰੀ। ਮੈਂ ਬੇਨਤੀ ਕਰਾਂਗਾ, ਉਹ ਕਹਿੰਦੇ ਨੇ ਬ੍ਰਹਮਾ ਜੀ ਦੇ ਮੂੰਹ ਤੋਂ ਬ੍ਰਾਹਮਣ ਪੈਦਾ ਹੋਇਆ ਤੇ ਖੱਤਰੀ ਜਿਹੜਾ ਹੈ ਉਹ ਬ੍ਰਹਮਾ ਜੀ ਦੀਆਂ ਬਾਹਾਂ ਵਿੱਚੋਂ, ਆ ਬਾਜੂਆਂ ਵਿੱਚੋਂ, ਭੁਜਾਵਾਂ ਵਿੱਚੋਂ ਪੈਦਾ ਹੋਇਆ। ਤੇ ਜਿਹੜਾ ਵੈਸ਼ ਹੈ ਉਹ ਜੰਗ ਵਿੱਚੋਂ ਪੈਦਾ ਹੋਇਆ, ਗੱਗੇ ਨਾਲ ਨਹੀਂ, ਜੰਗ ਵਿੱਚੋਂ। ਇਹਦਾ ਮਤਲਬ ਕਿ ਕੋਈ ਪੱਟ ਸ਼ਬਦ ਵਰਤਦੇ ਆ। ਭਾਈ ਕਾਹਨ ਸਿੰਘ ਨਾਭਾ ਕਹਿੰਦੇ ਗਿੱਟੇ ਤੋਂ ਲੈ ਕੇ ਗੋਡੇ ਤੱਕ, ਜਿਹਨੂੰ ਪਿੰਨਣੀ ਆਪਾਂ ਕਹਿੰਦੇ, ਇਹਦੇ ਵਿੱਚੋਂ ਕਹਿੰਦੇ ਵੈਸ਼ ਪੈਦਾ ਹੋਇਆ। ਤੇ ਜਿਹੜਾ ਸ਼ੂਦਰ ਸੀ ਨਾ, ਇਹਦਾ ਜਨਮ ਜਿਹੜਾ ਬ੍ਰਹਮਾ ਜੀ ਦੇ ਪੈਰਾਂ ਵਿੱਚੋਂ ਹੋਇਆ। ਤੇ ਇਹ ਕਿਹਾ ਜਾਂਦਾ ਵੀ ਉਹਨਾਂ ਮੁਤਾਬਕ ਇਸ ਤਰ੍ਹਾਂ ਹੋਇਆ। ਫਿਰ ਇਹਨਾਂ ਦੇ ਕੰਮ ਵੰਡ ਦਿੱਤੇ ਗਏ ਕਿ ਬ੍ਰਾਹਮਣ ਮੁਖ ਤੋਂ ਪੈਦਾ ਹੋਇਆ, ਇਹ ਸਰੋਮਣੀ ਹੈ, ਸ੍ਰੇਸ਼ਟ ਹੈ, ਸਰਵ ਸ੍ਰੇਸ਼ਟ ਹੈ। ਬ੍ਰਾਹਮਣ ਦਾ ਕੰਮ ਹੈ ਧਰਮ ਦੇ ਫਰਜ਼ ਅਦਾ ਕਰਨੇ, ਧਰਮ ਗ੍ਰੰਥ ਪੜ੍ਹਨੇ, ਲੋਕਾਂ ਦੇ ਮਰਨੇ ਪਰਨੇ ਦੇ ਸਾਰੇ ਕਾਰਜ ਨੇ ਕਰਨੇ। ਬਾਕੀ 3 ਵਰਨਾਂ ਨੇ ਇਸ ਬ੍ਰਾਹਮਣ ਦੀ ਪੂਜਾ ਕਰਨੀ। ਤੇ ਸੱਚ ਏਡੀ ਦੀ ਗੱਲ ਬਣ ਗਈ ਕਿ ਮਰਨ, ਜਨਮ ਤੋਂ ਲੈ ਕੇ ਮਰਨ ਤੱਕ, ਮਰਨ ਤੋਂ ਬਾਅਦ ਵੀ ਕੋਈ ਕੰਮ ਐਸਾ ਨਹੀਂ ਜਿਹੜਾ ਬ੍ਰਾਹਮਣ ਤੋਂ ਬਿਨਾ ਹੋ ਸਕੇ। ਉਹ ਸਾਰੇ ਕੰਮ ਬ੍ਰਾਹਮਣ ਨਹੀਂ ਕਰਨੇ। ਮੈਂ ਬੜਾ ਸਰਲ ਜੀ ਬੇਨਤੀ ਕਰਾਂਗਾ। ਉਸ ਤੋਂ ਅੱਗੇ ਆ ਖੱਤਰੀ, ਕਿਉਂਕਿ ਬਾਹਾਂ ਚੋਂ ਪੈਦਾ ਹੋਇਆ। ਇਹ ਭੁਜਬਲੀ ਹੈ, ਇਹ ਬਾਹੂਬਲੀ ਹੈ। ਖੱਤਰੀ ਦਾ ਕੰਮ ਹੈ ਕਿ ਇਹਨੇ ਮੈਦਾਨੇ ਜੰਗ ਦੇ ਵੀ ਜਾ ਕੇ ਲੜਨਾ ਹੈ, ਇਹਨੇ ਜੂਝਣਾ ਹੈ, ਇਹਦਾ ਕੰਮ ਸਿਰਫ ਲੜਨਾ ਹੈ। ਉਸ ਤੋਂ ਅੱਗੇ ਆ ਗਿਆ ਜੀ ਵੈਸ਼। ਵੈਸ਼ ਦਾ ਕੰਮ, ਇਹਨੇ ਖੇਤੀ ਕਰਨੀ ਹੈ, ਇਹਨੇ ਦੁਕਾਨਦਾਰੀ ਕਰਨੀ ਹੈ, ਜਿਹਨੂੰ ਅੱਜ ਕਹਿ ਲੋ ਬਿਜ਼ਨਸ ਕਰਨਾ, ਵਪਾਰ ਕਰਨਾ, ਖੇਤੀ ਕਰਨੀ, ਦੁਕਾਨਦਾਰੀ ਕਰਨੀ, ਇਹ ਵੈਸ਼ ਦਾ ਕੰਮ ਹੈ। 3 ਹੋ ਗਏ, ਬ੍ਰਾਹਮਣ ਧਰਮ ਨਾਲ ਸੰਬੰਧਿਤ, ਖੱਤਰੀ ਜੰਗ ਯੁੱਧ ਨਾਲ ਸੰਬੰਧਿਤ, ਵੈਸ਼ ਜਿਹੜਾ ਕਾਰੋਬਾਰ ਨਾਲ ਸੰਬੰਧਿਤ, ਤੇ ਜਿਹੜਾ ਸ਼ੂਦਰ ਹੈ, ਉਸ ਸ਼ੂਦਰ ਨੇ ਸੱਚ ਇਹ ਕਿ ਇਹਨਾਂ 3 ਵਰਨਾਂ ਦੀ ਹਾਜ਼ਰੀ ਭਰਨੀ ਹੈ। ਉਹਨੂੰ ਸ਼ੂਦਰ ਨੂੰ ਇਹਨਾਂ 3 ਵਰਨਾਂ ਦੀ ਸੇਵਾ ਕਰਨੀ ਪੈਣੀ। ਫਿਰ ਅਗਲੀ ਗੱਲ, ਉਸ ਨੂੰ ਹੱਕ ਨਹੀਂ ਕੋਈ ਉਹਨਾਂ ਜਿੰਨਾ ਉੱਚੀ ਜ਼ਾਤ ਵਾਲੇ ਨੂੰ ਹੱਕ ਹੈ। ਜਾਤ ਦੇ ਆਧਾਰ ਤੇ ਇਹਨੂੰ ਫਿਰ ਗੁਰਮੁਖ ਧਿਆਨ ਨਾਲ ਸੁਣੋ ਇਸ ਵਿਸ਼ੇ ਨੂੰ।
ਭਾਰਤ ਵਿੱਚ ਜਨਮ ਦੇ ਆਧਾਰ ਤੇ ਬੰਦੇ ਨੂੰ ਉੱਚਾ ਨੀਵਾਂ ਕਿਹਾ ਗਿਆ ਵਰਨ ਵੰਡ ਮੁਤਾਬਕ। ਬ੍ਰਾਹਮਣ ਦੇ ਘਰ ਮੂਰਖ ਵੀ ਪੈਦਾ ਹੋਏ ਉਹ ਪੂਜਣਯੋਗ ਹੈ, ਤੇ ਸ਼ੂਦਰ ਦੇ ਘਰ ਵਿੱਚ ਜੇ ਆਤਮ ਗਿਆਨੀ ਵੀ ਪੈਦਾ ਹੋ ਜਾਏ ਤੇ ਉਹ ਸ਼ੂਦਰ ਹੀ ਹੈ। ਮੇਰੀ ਬੇਨਤੀ ਸੁਣਿਓ, ਇਹਦਾ ਮਤਲਬ ਕਿ ਜਨਮ ਕਰਕੇ ਬੰਦਾ ਉੱਚਾ ਨਹੀਂ। ਮੈਨੂੰ ਥੋੜਾ ਜਿਹਾ ਹੋਰ ਸਮਝ ਲਿਆ ਆਪਾਂ ਕਿ ਜੇ ਬ੍ਰਾਹਮਣ ਦੇ ਘਰ ਜਿਹੜਾ ਬ੍ਰਾਹਮਣ ਪੈਦਾ ਹੋਇਆ ਹੈ ਉਹ ਅਨਪੜ੍ਹ ਵੀ ਬ੍ਰਾਹਮਣ ਹੀ ਹੈ, ਉਹਨੇ ਬ੍ਰਾਹਮਣ ਹੀ ਰਹਿਣਾ, ਕਿਉਂਕਿ ਉਹਦਾ ਜਨਮ ਬ੍ਰਾਹਮਣ ਕਰ ਹੋਇਆ। ਖੱਤਰੀ ਕਰ ਜਨਮ ਲੈਣ ਵਾਲਾ ਖੱਤਰੀ ਰਹੇਗਾ, ਵੈਸ਼ ਕਰ ਜਨਮ ਲੈਣ ਵਾਲਾ ਵੈਸ਼ ਰਹੇਗਾ, ਸ਼ੂਦਰ ਕਰ ਜਨਮ ਲੈਣ ਵਾਲੇ ਨੂੰ ਸ਼ੂਦਰ ਰਹਿਣਾ ਪੈਣਾ। ਉੱਥੇ ਜਾਤ ਦੇ ਆਧਾਰ ਤੇ ਬੰਦੇ ਉੱਚੇ ਤੇ ਨੀਵੇਂ ਨੇ। ਭਾਰਤ ਵਿੱਚ ਸਦੀਆਂ ਤੱਕ ਚੱਲਿਆ। ਉਸ ਤੋਂ ਬਾਅਦ ਮਹਾਤਮਾ ਬੁੱਧ ਆਏ, ਕਿਉਂਕਿ ਉਹਨੇ ਸਭ ਤੋਂ ਪਹਿਲਾਂ ਭਾਰਤੀ ਦਰਸ਼ਨ ਤੇ ਜੇ ਕਿਸੇ ਨੇ ਚੋਟ ਮਾਰੀ ਉਹ ਮਹਾਤਮਾ ਬੁੱਧ ਨੇ ਮਾਰੀ। ਜਿਹੜੀ ਗੱਲ ਚੰਗੀ ਹੋਵੇ ਉਹਨੂੰ ਸਾਨੂੰ ਕਰ ਲੈਣੀ ਚਾਹੀਦੀ। ਮੈਂ ਆਵਾਂਗਾ ਗੁਰਮਤਿ ਤੱਕ। ਮਹਾਤਮਾ ਬੁੱਧ ਨੇ ਕਿਹਾ ਵੀ ਨਹੀਂ, ਆ ਜਿਹੜਾ ਤੁਸੀਂ ਸਿਸਟਮ ਬਣਾਈ ਬੈਠੇ ਹੋ ਕਿ ਜਨਮ ਦੇ ਆਧਾਰ ਤੇ ਲੋਕ ਉੱਚੇ ਤੇ ਨੀਵੇਂ ਨੇ। ਮੇਰੀ ਬੇਨਤੀ ਸਮਝ ਗਿਆ ਨਾ ਜੀ? ਜਨਮ ਦੇ ਆਧਾਰ ਤੇ ਮੈਂ ਭਾਵੇਂ ਪਾਪ ਕਰ ਰਿਹਾ ਪਰ ਮੈਂ ਬ੍ਰਾਹਮਣ ਕਰ ਪੈਦਾ ਹੋਇਆ, ਮੇਰੀ ਜੈ ਜੈਕਾਰ ਹੈ, ਮੈਨੂੰ ਸਭ ਕੁਝ ਮਾਫ ਹੈ। ਉਹਨੇ ਕਿਹਾ ਨਾ, ਇਹ ਗਲਤ ਹੈ। ਜਨਮ ਦੇ ਆਧਾਰ ਤੇ ਨਾ ਕੋਈ ਬੰਦਾ ਵੱਡਾ ਹੈ ਨਾ ਕੋਈ ਬੰਦਾ ਛੋਟਾ ਹੈ। ਸੱਚ ਇਹ ਵੇ ਇਸ ਧਰਤੀ ਤੇ ਕਰਮ ਦੇ ਆਧਾਰ ਤੇ ਬੰਦਾ ਵੱਡਾ ਤੇ ਨੀਵਾਂ। ਜਿਹੋ ਜਿਹਾ ਬੰਦੇ ਦੇ ਕਰਮ ਨੇ ਉਹ ਜਿਹਾ ਉੱਚਾ ਕਰਮ ਚੰਗੇ ਕਰਨ ਵਾਲਾ ਬ੍ਰਾਹਮਣ ਹੈ, ਸ਼ੂਦਰ ਮਾੜੇ ਕਰਨ ਵਾਲਾ ਸ਼ੂਦਰ ਹੈ। ਮਹਾਤਮਾ ਬੁੱਧ ਤੋਂ ਬਾਅਦ ਫਿਰ ਭਾਰਤ ਵਿੱਚ ਆਉਂਦੇ ਨੇ ਜੀ ਮੁਸਲਮਾਨ। ਮੈਂ ਬੇਨਤੀ ਕਰਾਂਗਾ, ਜਦੋਂ ਇਸਲਾਮ ਆਇਆ ਉਹਨੇ ਵੀ ਜਾਤ ਪਾਤ ਦੇ ਉੱਤੇ ਸੱਟ ਮਾਰੀ। ਆਪਾਂ ਆਉਣਾ ਗੁਰਮਤਿ ਤੱਕ। ਇਸੇ ਸਮੇਂ ਹੀ ਇਸਲਾਮ ਦੇ ਵੇਲੇ ਹੀ, ਕੱਲ ਮੈਂ ਅਰਜ਼ ਕੀਤੀ ਸੀ ਜਦੋਂ ਲੋਧੀਆਂ ਦਾ ਵੇਲਾ ਹੈ, ਉਹ ਭਗਤ ਕਬੀਰ ਸਾਹਿਬ ਸਿਕੰਦਰ ਲੋਧੀ ਦੇ ਵੇਲੇ, ਉਸ ਵਕਤ ਇਸਲਾਮ ਦਾ ਬੋਲਬਾਲਾ ਹੈ। ਮੱਧ ਯੁੱਗ ਦੇ ਵਿੱਚ ਇੱਕ ਭਗਤੀ ਲਹਿਰ ਪੈਦਾ ਹੋਈ। ਅਸਲ ਜਿਹੜੇ ਅਸੀਂ ਭਗਤ ਮੰਨੇ ਇਹ ਸਾਰੇ ਸਾਊਥ ਚੋਂ ਸ਼ੁਰੂ ਹੋਈ ਹੈ ਭਗਤੀ, ਸਿਮਰਨ ਭਗਤੀ ਜਿਹਨੂੰ ਆਪਾਂ ਕਹਿੰਦੇ। ਹੁਣ ਉਹਨਾਂ ਭਗਤਾਂ ਨੇ ਇਹਨਾਂ ਲੋਕਾਂ ਦੀ ਸਦੀਆਂ ਦੀ ਗੁਲਾਮੀ ਉੱਚੀ ਜ਼ਾਤ ਵਾਲਿਆਂ ਦੀ, ਉਹਨਾਂ ਨੂੰ ਹਰ ਥਾਂ ਤੇ ਜ਼ਲੀਲ ਕੀਤਾ ਜਾਣਾ। ਮੈਂ ਉਦਾਹਰਨਾਂ ਥੋੜੀਆਂ ਦਿਆਂਗਾ ਕਿ ਜੇ ਕਿਸੇ ਸ਼ੂਦਰ ਨੇ ਆਪਣੇ ਪਿੰਡ ਸ਼ਹਿਰ ਵਿੱਚ ਆਉਣਾ ਤੇ ਉੱਚੀ ਜ਼ਾਤ ਵਾਲਿਆਂ ਦਾ ਮਹੱਲਾ ਹੈ, ਉਹਨੂੰ ਆਪਣੇ ਗਲ ਵਿੱਚ ਢੋਲ ਪਾ ਕੇ ਆਉਣਾ ਪੈਣਾ ਤੇ ਢੋਲ ਵਜਾ ਕੇ ਲੰਘਣਾ ਪਏਗਾ। ਕੋਈ ਉੱਚੀ ਜ਼ਾਤ ਵਾਲੇ ਦੇ ਤਨ ਤੇ ਸ਼ੂਦਰ ਦਾ ਪਰਛਾਵਾਂ ਨਾ ਪੈ ਜਾਏ। ਕਿਉਂ? ਕਿਉਂਕਿ ਬ੍ਰਾਹਮਣ ਉਹਦੇ ਨਾਲ ਭਿੱਟ ਜਾਏਗਾ। ਉਹਨਾਂ ਦੇ ਪਾਣੀ ਦੇ ਖੂਹ ਵੱਖਰੇ ਨੇ, ਉਹਨਾਂ ਦੇ ਬਰਤਨ ਵੱਖਰੇ ਨੇ, ਉਹਨਾਂ ਦੇ ਮੰਜੇ ਵੱਖਰੇ ਨੇ। ਮੈਨੂੰ ਬਖਸ਼ ਦਿਆ ਜੇ ਭਾਰਤ ਦੇ ਪਿੰਡਾਂ ਦੀ ਜਿਹੜੀ ਬਣਤਰ ਹੈ ਉਹ ਵੀ ਇਸ ਤਰ੍ਹਾਂ ਹੈ। ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹਨਾਂ ਦੇ ਘਰ ਵੀ ਪਿੰਡ ਤੋਂ ਵੱਖਰੇ ਪਾਸੇ ਹੁੰਦੇ ਸੀ। ਇਸ ਤਰ੍ਹਾਂ ਹੀ ਸੀ ਨਾ ਜੀ, ਵੱਖਰੀਆਂ ਥਾਵਾਂ। ਹੁਣ ਉਸ ਵਕਤ ਭਗਤਾਂ ਨੂੰ ਜਿਹੜੀ ਇਹ ਗੁਲਾਮੀ, ਯਾਦ ਰੱਖਿਓ, ਗੁਲਾਮੀ ਸਾਲ 2 ਸਾਲ 5 ਸਾਲ ਇੱਥੋਂ ਤੱਕ ਕਈ ਵਾਰੀ ਸਦੀਆਂ ਤੱਕ ਬੰਦੇ ਗੁਲਾਮੀ ਕਰਦੇ ਰਹਿੰਦੇ ਆ। ਪਰ ਉਸ ਗੁਲਾਮੀ ਵਿੱਚੋਂ ਜਦੋਂ ਆਜ਼ਾਦੀ ਦੀ ਚਿਣਕ ਨਿਕਲਦੀ ਹੈ ਨਾ, ਉਹ ਸਦੀਆਂ ਦੀ ਗੁਲਾਮੀ ਨੂੰ ਸਾੜ ਕੇ ਰਾਹ ਕਰ ਦਿੰਦੀ। ਹੁਣ ਇਹ ਭਗਤ ਜਿਹੜੇ ਨੇ ਇਹਨਾਂ ਤੇ ਜ਼ੁਲਮ ਹੁੰਦਾ ਰਿਹਾ। ਅੰਦਰੋਂ ਇੱਕ ਆਵਾਜ਼ ਆਈ ਕਿ ਸਾਡਾ ਸਮਾਜ ਵਿੱਚ ਕੋਈ ਥਾਂ ਨਹੀਂ, ਸਾਡਾ ਸਮਾਜ ਵਿੱਚ ਕੋਈ ਸਤਿਕਾਰ ਨਹੀਂ, ਕੋਈ ਐਸੀ ਥਾਂ ਹੈ ਕਿ ਅਸੀਂ ਸੁਤੰਤਰਤਾ ਨਾਲ, ਅਸੀਂ ਆਜ਼ਾਦੀ ਨਾਲ ਜੀ ਸਕੀਏ। ਇੱਥੋਂ ਤੱਕ ਕਿ ਸ਼ੂਦਰ ਨੂੰ ਇਹ ਵੀ ਹੱਕ ਨਹੀਂ, ਉਹ ਧਰਮ ਗ੍ਰੰਥ ਵੀ ਨਹੀਂ ਪੜ੍ਹ ਸਕਦਾ। ਮੇਰੀ ਅਰਜ਼ ਸੁਣਿਓ ਧਿਆਨ ਨਾਲ। ਵੇਦਾਂ ਦਾ ਪਾਠ ਸ਼ੂਦਰ ਨਹੀਂ ਕਰ ਸਕਦਾ। 3 ਵਰਨਾਂ ਨੂੰ ਜਨੇਊ ਪਾਇਆ ਜਾਂਦਾ ਹੈ, ਬ੍ਰਾਹਮਣ ਖੱਤਰੀ ਤੇ ਵੈਸ਼ ਨੂੰ ਜਨੇਊ ਪਾਇਆ ਜਾਂਦਾ ਹੈ। ਸ਼ੂਦਰ ਨੂੰ ਕੋਈ ਹੱਕ ਨਹੀਂ ਉਹ ਜਨੇਊ ਪਾ ਸਕੇ, ਨਾ ਉਹ ਜਨੇਊ ਪਾ ਸਕਦਾ ਹੈ ਨਾ ਪਾਠ ਕਰ ਸਕਦਾ ਹੈ। ਮੈਂ ਥੋੜੀਆਂ ਅੱਗਾਂ ਆਪਾਂ ਬਾਣੀ ਚੋਂ ਲਵਾਂਗੇ। ਇੱਥੋਂ ਤੱਕ ਕਿ ਸ਼ੂਦਰ ਨੂੰ ਇਹ ਵੀ ਹੱਕ ਨਹੀਂ ਉਹ ਮੰਦਿਰ ਦੀ ਦਹਲੀਜ਼ ਟੱਪ ਕੇ ਅੰਦਰ ਘੰਟੀ ਵਜਾ ਕੇ, ਘੜਿਆਲ ਵਜਾ ਕੇ ਉਸ ਮੰਦਿਰ ਵਿੱਚ ਵੀ ਜਾ ਸਕੇ। ਉਦਾਹਰਨ ਦੇ ਤੌਰ ਤੇ ਭਗਤ ਨਾਮਦੇਵ ਜੀ ਨੂੰ ਮੰਦਿਰ ਵਿੱਚੋਂ ਧੱਕੇ ਮਾਰ, ਉਹਨੂੰ ਕੋਈ ਹੱਕ ਨਹੀਂ ਉਹ ਧਰਮ ਕਮਾ ਸਕੇ। ਇਹ ਉੱਥੋਂ ਦੀ ਹਾਲਾਤ ਸਨ। ਫਿਰ ਹੋਇਆ ਕੀ ਜੀ, ਇਸ ਜਾਤ ਪਾਤ ਤੇ ਭਗਤਾਂ ਨੇ ਫਿਰ ਕੁਝ ਚੁਭਵੀਂ, ਇੱਕ ਲਫ਼ਜ਼ ਵਰਤਾਂਗਾ ਅੰਮ੍ਰਿਤ ਬਾਣੀ, ਇਹ ਚੁਭਵੇਂ ਸ਼ਬਦ ਵੀ ਕਹੇ, ਉਹ ਮੈਂ ਸਾਰੇ ਸਾਂਝੇ ਕਰਨੇ। ਕਿਉਂਕਿ ਅੱਜ ਭਗਤ ਜੀ ਨੇ, ਕਿਉਂਕਿ ਉਹਨਾਂ ਦੀ ਜਾਤ ਹੈ ਜੁਲਾ, ਆਮ ਤੌਰ ਤੇ ਮਜ਼ਾਕ ਕੀਤਾ ਜਾਂਦਾ, ਉਹਨਾਂ ਹਾਸਾ ਡਾਇਆ ਜਾਂਦਾ ਜੀ ਇਹਨਾਂ ਨੂੰ ਅਕਲ। ਵੈਗਰੂ ਮੈਨੂੰ ਬਖਸ਼ ਦਿਆ ਜੇ ਕੋਈ ਵੀਰ ਭੈਣ ਭਰਾ ਘਰ 'ਚ ਇਸ ਕਮਿਊਨਿਟੀ ਨਾਲ ਸੰਬੰਧਿਤ ਹੋਵੇ, ਬੜਾ ਡਰ ਲੱਗਦਾ ਕਿਤੇ ਉਹ ਸੋਚੇ ਵੀ ਮੈਂ ਕੋਈ ਗਲਤ ਉਹਨਾਂ ਦਾ ਅਪਮਾਨ ਕਰ ਰਿਹਾ। ਇਹ ਮਜ਼ਾਕ ਕੀਤਾ ਜਾਂਦਾ ਸੀ, ਇਹਨਾਂ ਨੂੰ ਸਮਝ ਕੋਈ ਨਹੀਂ।
ਇਹਦੇ ਇੱਕ ਉਦਾਹਰਨ ਦਿੱਤੀ। ਇਸ ਸ਼ਲੋਕ ਦੀ ਵਿਆਖਿਆ ਕਰਦਿਆਂ ਮੈਂ ਬੇਨਤੀ ਕਰਾਂਗਾ, ਸੰਪਰਦਾਇ ਟੀਕਾ, ਇਹ ਆਪਣਾ ਬਾਬਾ ਅਮੀਰ ਸਿੰਘ ਸੱਤੋ ਵਾਲੀ ਗਲੀ, ਕਿਰਪਾਲ ਸਿੰਘ ਜੀ, ਉਸ ਤੋਂ ਉਦਾਰਾ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਦੇ ਟੀਕੇ 'ਚ ਮੈਂ ਉਦਾਹਰਨ ਤਾਂ ਦੇ ਰਿਹਾ ਵੀ ਇਸ ਕਰਕੇ ਨਹੀਂ ਮੈਂ ਪੜ੍ਹ ਕੇ ਆਇਆ ਸੰਗਤ ਜੀ, ਕਿਉਂਕਿ ਅੱਜ ਹਰ ਗੱਲ ਹਰ ਬੰਦਾ ਜੱਜ ਹੈ, ਉਹਨੂੰ ਪ੍ਰੂਫ ਦੇਣਾ ਪੈਣਾ। ਮੈਂ ਇੱਕ ਵਾਰ ਕਥਾ ਕੀਤੀ ਜੀ, ਮੈਂ ਤਾਂ ਸੰਗਤ 'ਚ ਕਹਿ ਦੇਣਾ, ਕਥਾ ਮੈਂ ਗੁਰਬਾਣੀ 'ਚੋਂ ਕੀਤੀ, ਪਰ ਇੱਕ ਸੱਜਣ ਸੁਣਨ ਵਾਲੇ ਨੇ, ਮੈਂ ਨਾਂ ਨਹੀਂ ਲੈਣਾ, ਮੈਨੂੰ ਪਰਵਾਨਾ ਜੀ ਨੇ ਕਿਹਾ ਵੀ ਫਲਾਣਾ ASI ਹੈ, ਉਸੇ ਨਾਲ ਗੱਲ ਕਰ ਲਓ, ਤੁਹਾਡੇ ਵਿਰੁੱਧ ਥਾਣੇ ਦੇ ਵਿੱਚ ਰਿਪੋਰਟ ਦਿੱਤੀ ਗਈ ਹੈ ਕਿ ਤੁਸੀਂ ਆਹ ਗੱਲ ਸਾਡੀ ਕਮਿਊਨਿਟੀ ਦੀ ਗਲਤ ਕਹੀ। ਹਾਲਾਂ ਚਲੋ ਵੱਖਰਾ ਵਿਸ਼ਾ, ਮੈਂ ਕੋਈ ਸ਼ਬਦ ਗੁਰਬਾਣੀ ਤੋਂ ਨਿਕਲ ਕੇ ਨਹੀਂ ਕੀਤਾ। ਮੈਂ ਇਸ ਕਰਕੇ ਕਿਹਾ ਸੰਪਰਦਾਇ ਟੀਕੇ ਭਾਈ ਵੀਰ ਸਿੰਘ ਜੀ, ਗਿਆਨੀ ਹਰਬੰਸ ਸਿੰਘ ਜੀ ਟੀਕਾਕਾਰ, ਉਹ ਕਹਿੰਦੇ ਨੇ ਖਸਨ ਵਾਲੀ ਇੱਕ ਉਹਨਾਂ ਨੇ ਉਦਾਹਰਨ ਦਿੱਤੀ ਕਿ 10 ਜੁਲਾਹੇ, ਮੇਰੀ ਬੇਨਤੀ ਹੈ, ਉਹ ਚੱਲ ਪਿਆ ਤੇ ਰਸਤੇ 'ਚ ਆ ਗਿਆ ਦਰਿਆ, ਜੇ ਮਜ਼ਾਕ ਉਡਾਉਣਾ ਵੀ ਸਮਝ ਕੋਈ ਨਹੀਂ, ਉਹ ਤੁਰ ਪਿਆ, ਰਾਹ ਦਰਿਆ ਆਇਆ, ਉਹਨਾਂ ਦਰਿਆ ਪਾਰ ਕੀਤਾ ਤੇ ਪਾਰ ਕਰਨ ਤੋਂ ਬਾਅਦ ਕਹਿੰਦੇ ਆਪਣੀ ਗਿਣਤੀ ਤਾਂ ਕਰ ਲਓ, ਆਪਾਂ 10 ਦੇ 10 ਪੂਰੇ ਹਾਂ। ਬੜੀ ਵਾਰੀ ਸੁਣੀ ਹੋਣੀ ਤੁਸੀਂ ਗੱਲ। ਉਹ ਗਿਣਤੀ ਕਰਨ ਲੱਗਾ, ਪਹਿਲਾਂ ਇਹਨੇ ਸ਼ੁਰੂ ਕੀਤੀ, ਉਹਨੇ 1 2 3 4 9 ਗਿਣ ਲਏ, ਪਰ ਆਪਣੇ ਆਪ ਨੂੰ ਨਹੀਂ ਗਿਣਿਆ, ਨਾਲ ਹੀ ਰੋਣ ਲੱਗ ਪਏ, ਆਪਣਾ ਇੱਕ ਬੰਦਾ ਤੇ ਡੁੱਬ ਗਿਆ। ਆਪਾਂ ਆਏ 10 ਆ, ਰਹਿ ਗਏ 9 ਆ, ਉਹ ਦੂਜਾ ਕਹਿੰਦਾ ਮੈਂ ਗਿਣਨਾ, ਉਹਨੇ ਫਿਰ ਸ਼ੁਰੂ ਕਰਤਾ, ਉਹਨੇ ਵੀ ਆਪਣੇ ਆਪ ਨੂੰ ਨਹੀਂ ਗਿਣਿਆ, ਉਹ 9 ਫਿਰ ਉਹ ਵੀ ਰੋਂਦਾ, ਕਹਿੰਦਾ ਤੂੰ ਸੱਚਾ ਓਏ, ਇੱਕ ਡੁੱਬ ਗਿਆ ਆਪਣਾ ਬੰਦਾ। ਹੱਸਨੇ ਹਾਰ ਦਾ ਇਹ ਦਿੱਤਾ ਉਹਨਾਂ ਨੇ ਪ੍ਰਮਾਣ। ਤੀਜੇ ਚੌਥੇ ਇੰਨੇ ਚਿਰ ਨੂੰ ਹੋਰ ਬੰਦਾ ਲੰਘਿਆ, ਉਹਨੇ ਕਿਹਾ ਰੋਈ ਕਿਉਂ ਜਾਂਦੇ ਹੋ? ਉਹ ਕਹਿੰਦਾ ਜੀ 10 ਜਣੇ ਆਏ ਸਾਂ, ਇੱਕ ਡੁੱਬ ਗਿਆ, 9 ਰਹਿ ਗਏ। ਉਹ ਕਹਿੰਦਾ ਉਹਦਾ ਨਾਂ ਕੀ? ਕਹਿੰਦਾ ਨਾਂ ਪਤਾ ਨਹੀਂ, ਪਰ ਗਿਣਤੀ ਨਹੀਂ ਪੂਰੀ ਹੁੰਦੀ ਪਈ। ਉਹ ਕਹਿੰਦਾ ਬੰਦਾ 10 'ਚ ਡੁੱਬਿਆ ਹੋਣਾ, ਕੋਈ ਪਤਾ ਹੋਣਾ। ਕਹਿੰਦਾ ਨਹੀਂ ਗਿਣਤੀ। ਉਹਨੇ ਫਿਰ ਕਹਿੰਦਾ ਤੁਸੀਂ ਖਲੋ ਜਾਓ, ਨੇ ਕਤਾਰ 'ਚ ਖੜੇ ਕਰਕੇ 10 ਦੇ 10 ਗਿਣ ਦਿੱਤੇ ਤੇ ਮਜ਼ਾਕ ਕਰਨ ਲੱਗ ਪਿਆ, ਤੁਹਾਨੂੰ ਸਮਝ ਕੋਈ ਨਹੀਂ, ਤੁਹਾਨੂੰ ਅਕਲ ਕੋਈ ਨਹੀਂ। ਇੱਥੇ ਉਹਨਾਂ ਸਾਰੇ ਵਿਦਵਾਨਾਂ ਨੇ ਇਹ ਸ਼ਬਦ ਵਰਤਿਆ ਜੀ। ਕਬੀਰ ਸਾਹਿਬ ਕਹਿੰਦੇ ਨੇ ਮੇਰੀ ਜਾਤ ਦਾ ਲੋਕ ਮਜ਼ਾਕ ਉਡਾਉਂਦੇ ਨੇ, ਮੇਰੀ ਜਾਤ ਨੂੰ ਹੱਸਦੇ ਨੇ। ਮੈਂ ਆਪ ਨੂੰ ਜਿਹੜੀ ਅਗਲੀ ਬੇਨਤੀ ਕਰਨ ਲੱਗਾ, ਹੁਣ ਮੱਧ ਯੁੱਗ ਜਦੋਂ ਆਇਆ, ਜਦੋਂ ਭਗਤੀ ਮੂਵਮੈਂਟ ਆਈ, ਉਸ ਵਕਤ ਇਹਨਾਂ ਭਗਤਾਂ ਨੇ ਪਰਮਾਤਮਾ ਦੀ ਇਬਾਦਤ ਕੀਤੀ, ਬੰਦਗੀ ਕੀਤੀ। ਅੰਦਰੋਂ ਇੱਕ ਆਵਾਜ਼ ਪੈਦਾ ਹੋਈ ਵੀ ਜਾਤ ਦੇ ਨਾਂ ਤੇ ਸਾਨੂੰ ਧੱਕਾ ਕੀਤਾ ਜਾਏ, ਕਿਉਂਕਿ ਭਗਤਾਂ ਤੋਂ ਬਾਅਦ ਫਿਰ ਆਪਾਂ ਗੁਰਮਤ ਵਾਲਾ ਪੱਖ ਲਾਂ। ਇਸ ਵਿੱਚ ਮੈਂ ਆਪ ਨੂੰ ਵਰਜ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮਤ ਦਾ ਨਜ਼ਰੀਆ ਕੀ ਹੈ ਜਾਤ ਪਾਤ ਪਰੇ, ਗੁਰੂ ਨਾਨਕ ਸਾਹਿਬ ਦਾ ਨਜ਼ਰੀਆ ਕੀ ਹੈ? ਤੁਸੀਂ ਇੱਕ ਪਾਠ ਰੋਜ਼ ਕਰਦੇ ਹੋ, ਅਸੀਂ ਆਮ ਤੌਰ ਤੇ ਲੋਕ ਕਹਿੰਦੇ ਛੱਡੋ ਇਹ ਤਾਂ ਯਾਰ ਕਮੀਨ ਹੈ, ਇਹ ਸ਼ਬਦ ਵਰਦੇ, ਇਹ ਕਮੀ ਨੇ, ਇਹ ਕਮਜ਼ਾਤ ਨੇ। ਗੁਰੂ ਨਾਨਕ ਸਾਹਿਬ ਬਿਲਕੁਲ ਜਾਤ ਨੂੰ ਮੰਨਦੇ ਆ। ਉਹ ਕਹਿੰਦੇ ਕਮਜ਼ਾਤ ਹੁੰਦੇ ਨੇ, ਪਰ ਜਨਮ ਦੇ ਆਧਾਰ ਤੇ ਕੋਈ ਕਮੀਨ ਤੇ ਕਮਜ਼ਾਤ ਨਹੀਂ। ਜਿਹੜਾ ਸਭ ਕੁਝ ਰੱਬ ਦੀਆਂ ਦਾਤਾਂ ਲੈ ਕੇ ਰੱਬ ਦੀ ਬੰਦਗੀ ਨਹੀਂ ਕਰਦਾ, ਉਦੋਂ ਵੱਡਾ ਕਮਜ਼ਾਤ ਕੋਈ ਨਹੀਂ। ਦੇਖੋ ਉਹਨਾਂ ਨੇ ਕਿਹੜਾ ਵਿਚਾਰ ਪੇ, ਤੁਸੀਂ ਰੋਜ਼ ਕਰਦੇ ਹੋ, ਖਸਮ ਵਿਸਾਰੇ ਤੇ ਕਮਜ਼ਾਤ। ਜਿਹੜਾ ਬੰਦਾ ਜ਼ਿੰਦਗੀ ਦੇ ਆਦੇਸ਼ ਨੂੰ ਭੁੱਲ ਗਿਆ, ਉਹਨੂੰ ਸਮਝ ਕੋਈ ਉਦੇਸ਼ ਹੀ ਕੋਈ ਨਹੀਂ। ਮਾਰੇ ਕਹਿੰਦੇ ਜਿਹੜਾ ਪ੍ਰਮਾਤਮਾ ਨੂੰ ਵਿਸਾਰ ਦੇਵੇ, ਉਦੋਂ ਵੱਡਾ ਕਮਜ਼ਾਤ ਕੌਣ ਹੈ? ਸਭ ਤੋਂ ਨੀਵੀਂ ਜ਼ਾਤ ਵਾਲਾ ਹੋਵੇ ਜਿਹਨੂੰ ਪ੍ਰਮਾਤਮਾ ਭੁੱਲ ਗਿਆ। ਉੱਥੇ ਇਹ ਨਹੀਂ ਕਿਹਾ ਵੀ ਉਹ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ। ਖਸਮ ਵਿਸਾਰਾ ਤੇ ਕਮਜ਼ਾਤ, ਨਾਨਕ ਨਾਵੇਂ ਬਾਜ ਸੁਨਾਤ। ਹੁਣ ਗੁਰਮਤ ਨੇ ਜਿਹੜਾ ਨਜ਼ਰੀਆ ਪੇਸ਼ ਕੀਤਾ, ਮੈਂ ਪਹਿਲਾਂ ਉਹ ਅਰਜ਼ ਕਰਾਂਗਾ, ਕਿਉਂਕਿ ਸੁੱਚ ਪਿੱਟ ਬੜੀ, ਭਾਂਡੇ ਵੱਖਰੇ ਰੱਖੇ ਜਾਂਦੇ ਸਨ ਜੀ। ਤੁਹਾਨੂੰ ਪਤਾ ਹੋਣਾ ਆਪਣੇ ਘਰਾਂ 'ਚ ਵੀ ਮੰਜੀ ਤੇ ਨਹੀਂ ਸੀ ਬੈਠਣ ਦਿੱਤਾ ਜਾਂਦਾ। ਉਹ ਬੰਦੇ ਸਾਡੇ ਕਮਰਿਆਂ 'ਚ ਨਹੀਂ ਸਨ ਵੜ ਸਕਦੇ, ਜੋ ਵੇਖਦੇ ਆਪਾਂ ਬਹਿੰਦੇ ਰਹੇ ਸਿਸਟਮ। ਪਰ ਨਹੀਂ ਪਿਆਰਿਓ, ਗੁਰਮਤ ਨੇ ਗੱਲ ਪੇਸ਼ ਕੀਤੀ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਕਿਸੇ ਵੀ ਘਰਾਣੇ ਵਿੱਚ ਪੈਦਾ ਹੋਵੇ, ਉਹ ਚੰਮ ਦਾ ਕੰਮ ਕਰਨ ਵਾਲੇ ਘਰ ਪੈਦਾ ਹੋਵੇ, ਉਹ ਕੱਪੜੇ ਰੰਗਣ ਵਾਲੇ ਦੇ ਘਰ ਪੈਦਾ ਹੋਵੇ, ਉਹ ਹਲ ਵਾਹਣ ਵਾਲੇ ਦੇ ਘਰ ਪੈਦਾ ਹੋਵੇ, ਜਿਹਨੂੰ ਸ਼ੂਦਰ ਕਹਿੰਦੇ ਹੋ, ਜਿਨਨੇ ਪਰਮਾਤਮਾ ਦੀ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਦੀ ਆ ਗੱਲ ਧਿਆਨ ਨਾਲ ਸੁਣਿਓ, ਕਹਿੰਦੇ ਪਰਮਾਤਮਾ ਮੈਂ ਝੋਲੀ ਅੱਡ ਕੇ ਉਸ ਭਗਤ ਦੇ ਦਰ ਤੇ ਖੈਰ ਮੰਗਣ ਆਇਆ ਕਿ ਭਗਤੀ ਕਰਨ ਵਾਲਿਆ ਮੇਰੀ ਝੋਲੀ 'ਚ ਖੈਰ ਪਾ ਦੇ, ਜਿਸ ਰੱਬ ਦੇ ਤੂੰ ਦਰਸ਼ਨ ਕੀਤੇ। ਆਹ ਹੈ ਗੁਰਮਤ ਦਾ ਨਜ਼ਰੀਆ। ਇੱਕ ਸ਼ਬਦ ਆਪਾਂ ਪੜ੍ਹਨੇ ਆ,
ਇਹ ਸ਼ਬਦ ਹੈ ਮਹਾਰਾਜ ਜੀ ਦਾ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਚਿਲੰਗ ਰਾਗ ਦਾ ਦੂਜਾ ਸ਼ਬਦ ਹੈ ਜੀ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ। ਥੋੜੇ ਜਿਹੇ ਅਰਥ ਆਪਾਂ ਇਹਦੇ ਕਰ ਲਈਏ ਜੀ। ਮੈਂ ਕੱਲ ਵੀ ਕਿਹਾ ਸੀ ਜੀ, ਜਿੱਥੇ ਕਥਾ ਕਰਨ ਜਾਣਾ ਬੇਨਤੀ ਕਰਨਾ ਹੁੰਦਾ ਕਿ ਜਿਹੜੀ ਸੰਗਤ ਗੁਰਬਾਣੀ ਦਾ ਸਹਿਜ ਪਾਠ ਕਰਦੀ ਹੈ ਜਾਂ ਗੁਰਬਾਣੀ ਦਾ ਅਭਿਆਸ ਕਰਦੇ ਨਾ ਜੀ, ਉਹਨਾਂ ਨੂੰ ਮੇਰਾ ਖਿਆਲ ਅਰਥ ਕਰਨ ਦੀ ਵੀ ਲੋੜ ਨਹੀਂ ਪੈਂਦੀ, ਆਪਣੇ ਆਪ ਸਮਝ ਪਈ ਜਾਂਦੀ। ਤੇ ਜੇ ਅਸੀਂ ਅਭਿਆਸ ਨਹੀਂ ਕਰਦੇ, ਗੁਰਬਾਣੀ ਦਾ ਸਹਿਜ ਪਾਠ ਨਹੀਂ ਕਰਦੇ, ਠੀਕ ਹੈ ਮੈਂ ਪ੍ਰਮਾਣ ਦੇਈ ਜਾਵਾਂਗਾ, ਇਸ ਤਰ੍ਹਾਂ ਹੀ ਲੱਗੇਗਾ ਜਿਵੇਂ ਸਹਿਜ ਪਾਠ ਹੋ ਰਿਹਾ। ਮਹਾਰਾਜ ਕੀ ਕਹਿ ਰਿਹਾ? ਭਉ ਤੇਰਾ ਭਾਂਗ। ਭਉ ਦਾ ਅਰਥ ਹੈ ਡਰ। ਕਿ ਪ੍ਰਮਾਤਮਾ ਵਾਹਿਗੁਰੂ ਜੀ ਤੁਹਾਡਾ ਭੈ ਮੇਰੇ ਵਾਸਤੇ ਭੰਗ ਹੈ। ਤੁਹਾਨੂੰ ਪਤਾ ਹੋਣਾ ਭੰਗ ਪੀਣ ਵਾਲੇ ਥੈਲੀ ਵਿੱਚ ਭੰਗ ਪਾਉਂਦੇ ਹੁੰਦੇ ਆ, ਪਰ ਮੇਰੀ ਇੱਕ ਬੇਨਤੀ ਹੈ ਜੀ, ਯਾਦ ਰੱਖਿਓ, ਗੁਰਮਤ ਵਿੱਚ ਕਿਸੇ ਤਰ੍ਹਾਂ ਦੇ ਨਸ਼ੇ ਨੂੰ ਵੀ ਸਵੀਕਾਰ ਨਹੀਂ ਕੀਤਾ ਗਿਆ। ਇਹ ਬੜੀ ਗੱਲ ਸਪਸ਼ਟ ਹੈ। ਇੱਕ ਜਿਹੜਾ ਤੁਸੀਂ ਸ਼ਬਦ ਪੜ੍ਹਦੇ ਹੋ ਨਾ, ਨਾਮ ਖੁਮਾਰੀ ਨਾਨਕਾ, ਇਹ ਬਾਣੀ 'ਚ ਤੇ ਹੈ ਨਹੀਂ, ਇਹ ਜਨਮ ਸਾਖੀ 'ਚ। ਜਨਮ ਸਾਖੀ 'ਚ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਪੂਰਾ ਨਹੀਂ। ਉੱਥੇ ਲਫ਼ਜ਼ ਹੈ ਪੋਸਤ, ਭੰਗ, ਅਫੀਮ, ਮਦ, ਉਤਰ ਜਾਏ ਪ੍ਰਭਾਤ। ਤਿੰਨ ਸ਼ਬਦ ਵਰਤੇ। ਪੋਸਤ ਸਮਝਦੇ ਆਪਾਂ, ਭੰਗ ਤੇ ਅਫੀਮ। ਪੋਸਤ, ਭੰਗ, ਅਫੀਮ, ਮਦ। ਮਦ ਦਰ ਤੇ ਨਸ਼ਾ, ਸ਼ਰਾਬ। ਪੋਸਤ, ਭੰਗ, ਅਫੀਮ, ਮਦ, ਉਤਰ ਜਾਏ ਪ੍ਰਮਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਹੁਣ ਨਾਮ ਖੁਮਾਰੀ ਦੇ ਸਾਰੇ ਦੱਸ ਦਿੰਦੇ ਆ, ਪਿਛਲੀ ਗੱਲ ਕੋਈ ਨਹੀਂ ਕਰਦੇ, ਕਿਉਂਕਿ ਕਈ ਬੰਦੇ ਸ਼ੱਕਦੇ ਹੁੰਦੇ। ਮੇਰੀ ਇਸ ਕਰਕੇ ਬੇਨਤੀ ਹੈ ਜੀ, ਉੱਥੇ ਸ਼ਬਦੇ ਲਿਖੇ ਨੇ। ਗੁਰੂ ਸਾਹਿਬ ਕਹਿ ਰਹੇ ਭਉ ਤੇਰਾ ਭਾਂਗ। ਉਹ ਭੰਗ ਪੀਣ ਵਾਲਿਓ, ਮੇਰੇ ਵਾਸਤੇ ਪਰਮੇਸ਼ਵਰ ਦਾ ਭੈ, ਉਹਦੇ ਤੋਂ ਡਰ ਕੇ ਰਹਿਣੀ ਮੇਰੇ ਵਾਸਤੇ ਭੰਗ ਹੈ। ਖਲੜੀ ਮੇਰਾ ਚੀਤ। ਪਰ ਯਾਦ ਰੱਖਿਓ, ਵਿਸ਼ੇ ਤੋਂ ਦੂਰ ਨਹੀਂ ਜਾਣਾ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਕਥਾ ਇਹ ਚੱਲ ਰਹੀ, ਕਹਿੰਦੇ ਪ੍ਰਮਾਤਮਾ ਦਾ ਭੈ ਮੇਰੇ ਲਈ ਭੰਗ ਹੈ। ਤੇ ਭੰਗ ਪੀਣ ਵਾਲੇ, ਉਹਨਾਂ ਕੋਲ ਥੈਲੀ ਹੁੰਦੀ, ਉਹ ਚ ਭੰਗ ਪਾਈ ਹੁੰਦੀ। ਮਹਾਰਾਜ ਕਹਿੰਦੇ ਖਲੜੀ ਮੇਰਾ ਚੀਤ, ਮੈਂ ਆਪਣੇ ਚਿੱਤ ਦੀ ਥੈਲੀ ਵਿੱਚ ਪ੍ਰਮਾਤਮਾ ਦੇ ਭੈ ਦੀ ਭੰਗ ਪਾ ਲਈ ਹੈ। ਕਿੱਡੀ ਵੱਡੀ ਗੱਲ ਹੈ ਜੀ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ। ਭੰਗ ਪੀ ਕੇ ਬੰਦਾ ਦੀਵਾਨਗੀ ਜਾਂਦਾ ਹੈ। ਕਹਿੰਦੇ ਮੈਨੂੰ ਤਾਂ ਜਿੱਦਣ ਦਾ ਰੱਬ ਤੋਂ ਭੈ ਲੱਗਣ ਲੱਗ ਪਿਆ, ਮੈਂ ਉਹਦੇ ਭੈ ਵਿੱਚ ਹੀ ਦੀਵਾਨਾ ਹੋਇਆ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਅਤੀਤ, ਕਰ ਕਾਸਾ। ਕਰ ਦਾ ਲਫ਼ਜ਼ੀ ਅਰਥ ਹੈ ਹੱਥ, ਕਾਸਾ ਦਾ ਅਰਥ ਹੈ ਖੱਪਰ। ਕਰ ਕਾਸਾ ਦਰਸ਼ਨ ਕੀ ਭੂਖ। ਪਰਮਾਤਮਾ ਜੀ, ਮੈਂ ਤੇਰੇ ਦਰਸ਼ਨਾਂ ਦੀ ਖੈਰ ਵਾਸਤੇ ਭੁੱਖ ਲੈ ਕੇ ਹੱਥ ਵਿੱਚ ਖੱਪਰ ਪਕੜ ਕੇ ਆਇਆ, ਕਾਸਾ ਪਕੜ ਕੇ ਆਇਆ। ਮੈਂ ਦਰ ਮੰਗੂ ਨੀਤਾ ਨੀਤ, ਮੈਂ ਤੇਰੇ ਬੂਹੇ ਤੇ ਖਲੋ ਕੇ ਰੋਜ਼ ਕਹਿਣਾ। ਆਮ ਤੌਰ ਤੇ ਮਹਾਰਾਜ ਕਹਿੰਦੇ ਜਿਹੜੇ ਦੀਵਾਨੇ ਨੇ, ਮਸਤਾਨੇ ਨੇ, ਚਿੱਪੀਆਂ ਪਕੜ ਕੇ ਲੋਕਾਂ ਦੇ ਬੂਹਿਆਂ ਤੋਂ ਰੋਟੀ ਮੰਗਦੇ ਆ, ਅੰਨ ਮੰਗਦੇ ਆ। ਮੈਂ ਖੱਪਰ ਭਾਵਨਾ ਦਾ ਬਣਾ ਕੇ ਲਿਆਇਆ ਤੇ ਮੰਗਣ ਆਇਆ ਵਾ ਤੇਰੇ ਦੀਦਾਰ ਦੀ ਖੈਰ। ਮੈਨੂੰ ਕੋਈ ਦੇ, ਮੈਨੂੰ ਅੰਨ ਨਹੀਂ ਚਾਹੀਦਾ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ, ਤਉ ਦਰਸ਼ਨ ਕੀ ਕਰੋ ਸਮਾਏ। ਸਮਾਏ ਦਾ ਲਫ਼ਜ਼ੀ ਅਰਥ ਹੁੰਦਾ ਜੀ ਆਵਾਜ਼ ਦੇਣੀ। ਬਜ਼ੁਰਗਾਂ ਨੂੰ ਪਤਾ, ਜਿਹੜੇ ਪੰਜਾਬ ਚ ਜਿਨ੍ਹਾਂ ਨੇ ਬਚਪਨ ਬਤੀਤ ਕੀਤਾ ਜੀ, ਆਪਣੇ ਪਿੰਡਾਂ ਚ ਵੀ ਤੇ ਸ਼ਹਿਰਾਂ ਚ ਵੀ, ਜਦੋਂ ਲੋਕ ਸੁੱਤੇ ਹੁੰਦੇ ਸਨ ਨਾ ਜੀ, ਤੇ ਅੰਮ੍ਰਿਤ ਵੇਲੇ ਸੂਫੀ ਫਕੀਰ ਜਿਹੜੇ ਦਰਵੇਸ਼, ਕਈ ਵਾਰੀ ਜੋਗੀ ਵੀ, ਉਹ ਸਵੇਰੇ ਸਵੇਰੇ ਗਾਉਂਦੇ ਸਨ ਗਲੀਆਂ ਵਿੱਚ। ਤੁਹਾਨੂੰ ਪਤਾ ਹੋਣਾ ਇਹ ਭਾਗ ਜਿਨ੍ਹਾਂ ਦੇ ਮਾੜੇ ਦਿੱਤੀ ਬਾਂਗ ਤੋਂ ਨਹੀਂ ਜਾਗਦੇ, ਬੜੇ ਉਹਨਾਂ ਦੇ ਆਪਣੇ ਆਨੰਦ ਸੀ ਜੀ, ਉਹਨਾਂ ਦੀ ਆਵਾਜ਼ ਦਾ ਰਸ ਸੀ। ਉਹ ਪਹਿਲਾਂ ਲੋਕ ਸੁੱਤੇ ਹੋਣੇ, ਉਹਨਾਂ ਸਾਰੀਆਂ ਗਲੀਆਂ ਚ ਗਾਈ ਜਾਣਾ। ਤੇ ਜਦੋਂ ਥੋੜਾ ਜਿਹਾ ਦਿਨ ਚੜ੍ਹਦਾ ਸੀ ਨਾ, ਫਿਰ ਇੱਕ ਇੱਕ ਬੂਹੇ ਅੱਗੇ ਗਾਉਂਦੇ ਖਲੋ ਜਾਂਦੇ ਸਨ। ਉਹ ਝੋਲੀ ਅੱਡ ਕੇ ਨਹੀਂ ਸਨ ਮੰਗਦੇ, ਲੋਕ ਆਪਣੇ ਆਪ ਕੁਝ ਨਾ ਕੁਝ ਉਹਨੂੰ ਦੇ ਜਾਂਦੇ ਸਨ। ਤੁਹਾਨੂੰ ਪਤਾ ਹੋਣਾ ਉਹ ਮਹਾਰਾਜ ਕਹਿ ਰਿਹਾ ਇੱਥੇ। ਮਹਾਰਾਜ ਕਹਿੰਦੇ ਤਉ ਦਰਸ਼ਨ ਕੀ ਕਰੋ ਸਮਾਏ। ਮੰਗਣ ਵਾਲਾ ਦਰਵੇਸ਼, ਕੋਈ ਅੰਨ ਮੰਗਦਾ, ਕੋਈ ਭੋਜਨ ਮੰਗਦਾ ਹੈ, ਮੈਂ ਸਵੇਰੇ ਸਵੇਰੇ ਤੇਰੇ ਦਰਸ਼ਨਾਂ ਦੀ ਦਾਤ ਵਾਸਤੇ ਆਵਾਜ਼ ਪਿਆ ਦੇਣਾ। ਮੈਂ ਦਰ ਮੰਗਤ ਭੀਖਿਆ ਪਾਏ। ਹੁਣ ਅਗਲੀ ਬੇਨਤੀ ਸੁਣਿਓ ਕਿ ਭਗਤ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਬਚਨ। ਉਹ ਸ਼ਬਦ ਹੈ, ਕਿਉਂਕਿ ਸੁੱਚ ਪਿੱਟ ਬੜੀ ਮੰਨੀ ਜਾਂਦੀ।
ਉਂਝ ਵੈਸੇ ਸਫਾਈ ਰੱਖਣੀ ਚੰਗੀ ਗੱਲ ਹੈ। ਹੁਣ ਕਈ ਸੱਜਣ ਜਿਹੜੇ ਹੱਥ ਧੋਂਦੇ ਨੇ, ਆ ਪਰਨਾ ਸੀ ਗਲ 'ਚ ਪਾਇਆ ਜੀ, ਮੈਂ ਵੀ ਤੁਸੀਂ ਦੇਖਿਆ ਹੋਣਾ, ਕਈ ਸਿੰਘ ਜਿਹੜੇ ਨੇ ਉਹ ਹੱਥ ਥੱਲੇ ਪਰਨਾ ਰੱਖ ਕੇ ਮੱਥਾ ਟੇਕਦੇ ਆ ਨਾ, ਤੇ ਕਈ ਕਹਿ ਜਾਣਗੇ ਪਖੰਡ। ਇਹ ਪਖੰਡ ਨਹੀਂ ਭਾਈ, ਜਿਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਾਣਾ, ਮੰਨ ਲਓ ਤੋਂ ਹੱਥ ਧੋ ਕੇ ਆਇਆ, ਜਿੰਨੇ ਮਰਜ਼ੀ ਸਿਖਾ ਲਓ, ਇਹਨਾਂ ਰਖਾਵਾਂ ਦੇ ਵਿੱਚ ਨਮੀ ਰਹਿ ਜਾਂਦੀ ਹੈ। ਜਦੋਂ ਉਹਨੇ ਥੱਲੇ ਹੱਥ ਲਾਣਾ, ਇੱਥੇ ਹੋ ਸਕਦਾ ਕਿਸੇ ਦੇ ਪੈਰਾਂ ਨਾਲ ਆਏ ਹੋਏ ਰੇਤ ਦੇ ਕਣ ਹੋਣ, ਉਹ ਹੱਥ ਲੱਗੇਗਾ, ਉਹੀ ਹੱਥ ਲੈ ਕੇ ਮਹਾਰਾਜ ਤਾਬਿਆ ਚਲੇ ਜਾਏਗਾ। ਪਖੰਡ ਨਹੀਂ, ਇਹ ਜ਼ਰੂਰੀ ਹੈ। ਜਿਨੇ ਮਹਾਰਾਜ ਦੇ ਚਰਨਾਂ ਜਾਣਾ ਹੈ, ਇਹ ਸਾਨੂੰ ਅਦਬ ਰੱਖਣਾ ਬਹੁਤ ਜ਼ਰੂਰੀ। ਅਰਜ਼ ਹੈ ਕਿ ਉਸ ਵਕਤ ਸੁੱਚ ਪਿੱਟ ਮੰਨੀ ਗਈ। ਮੰਨ ਲਓ ਕਿਸੇ ਸ਼ੂਦਰ ਨੇ ਪਾਣੀ ਨੂੰ ਹੱਥ ਲਾ ਦਿੱਤਾ, ਪਾਣੀ ਡੋਲ ਦਿਓ, ਪਾਣੀ ਨਹੀਂ ਪੀਣਾ, ਇਹ ਪਿੱਟ ਗਿਆ ਹੈ। ਕਿਸੇ ਨੇ ਦੁੱਧ ਨੂੰ ਹੱਥ ਲਾ ਦਿੱਤਾ, ਦੁੱਧ ਰੋੜ ਦਿਓ, ਇਹ ਦੁੱਧ ਨਹੀਂ ਪੀਣਾ, ਇਹਨੂੰ ਸ਼ੂਦਰ ਨੇ ਹੱਥ ਲਾ ਦਿੱਤਾ। ਕਿਸੇ ਨੇ ਮੰਨ ਲਓ ਰੋਟੀ ਨੂੰ ਹੱਥ ਲਾ ਦਿੱਤਾ, ਆਟੇ ਨੂੰ, ਇਹ ਆਟਾ ਸੱਟ ਦਿਓ, ਡੰਗਰਾਂ ਕੇ ਪਾ ਦਿਓ, ਇਹ ਪਿੱਟ ਗਿਆ। ਬਾਬਾ ਜੀ ਕਹਿੰਦੇ ਨੇ ਸੁੱਚ ਪਿੱਟ ਵਾਲਾ ਇੰਨਾ ਚਲਾਕ ਹੈ, ਜਿਹੜੀਆਂ ਚੀਜ਼ਾਂ ਸਸਤੀਆਂ ਨੇ ਉਹਨਾਂ ਦੀ ਸੁੱਚ ਪਿੱਟ ਬਣਾ ਲਈ, ਜਿਹੜੀਆਂ ਕੀਮਤੀ ਮਹਿੰਗੀਆਂ ਨੇ ਕਹਿੰਦਾ ਕੋਈ ਨਹੀਂ, ਇਹ ਸ਼ੂਦਰ ਦੇ ਘਰੋਂ ਵੀ ਆ ਜਾਣ ਤਾਂ ਵੀ ਠੀਕ ਹੀ ਨੇ। ਹੁਣ ਮਹਾਰਾਜ ਨੇ ਜਿਹੜੇ ਸ਼ਬਦ ਵਰਤੇ ਨੇ, ਮੈਂ ਕਈ ਵਾਰੀ ਕਥਾ ਕਰਨਾ, ਕੇਸਰ ਕੁਸਮ ਮਿਰਗ ਮੈਂ ਖਰਨਾ। ਅਰ ਧਿਆਨ ਨਾਲ ਸੁਣਿਓ, ਕੇਸਰ ਆਪ ਨੂੰ ਪਤਾ ਹੈ ਭਾਰਤ ਵਿੱਚ ਕਸ਼ਮੀਰ ਚ ਕੇਸਰ ਬੜਾ ਹੁੰਦਾ ਹੈ, ਸਵਿਟਜ਼ਰਲੈਂਡ ਕੇਸਰ ਹੁੰਦਾ ਹੈ। ਹੁਣ ਮੰਨ ਲਓ ਕਿਸੇ ਬੰਦੇ ਨੇ ਕੇਸਰ ਦੀ ਖੇਤੀ ਕੀਤੀ, ਤੇ ਉਸ ਖੇਤੀ ਨੂੰ ਪਾਲਣ ਵਾਲਾ ਸ਼ੂਦਰ ਹੈ, ਮੰਨ ਲਓ ਸੋ ਕਾਲ ਜਿਹਨੂੰ ਲੋਕ ਕਹਿੰਦੇ, ਮੈਂ ਨਹੀਂ ਕਹਿ ਰਿਹਾ, ਤਥਾਕਥਿਤ ਲੋਕ, ਉਹਨੇ ਕੇਸਰ ਨੂੰ ਪਾਣੀ ਲਾਇਆ, ਉਹਨੇ ਕੇਸਰ ਨੂੰ ਸੰਭਾਲਿਆ, ਉਹਨੇ ਕੇਸਰ ਦੀ ਪੈਕਿੰਗ ਕੀਤੀ। ਜਦੋਂ ਉਹ ਵੇਚਣ ਆਏ ਤੇ ਕਿਸੇ ਬ੍ਰਾਹਮਣ ਨੇ, ਕਿਸੇ ਉੱਚੀ ਜਾਤ ਵਾਲੇ ਨੇ ਪੁੱਛਿਆ ਵੀ ਆ ਜਿਹੜਾ ਕੇਸਰ ਲਿਆਂਦਾ ਇਹਨੂੰ ਕਿੰਨੇ ਕਿੰਨੇ ਹੱਥ ਲਾਇਆ? ਕਿਤੇ ਸ਼ੂਦਰ ਨੇ ਨਹੀਂ ਲਾਇਆ, ਭਿੱਟ ਗਿਆ ਹੋਵੇ। ਉਹ ਕਹਿੰਦਾ ਨਹੀਂ ਨਹੀਂ, ਇਹ ਕੇਸਰ ਜਿਹਦੇ ਮਰਜ਼ੀ ਹੱਥ ਚੋਂ ਰਾਜਾ, ਇਹ ਇੰਨਾ ਪਵਿੱਤਰ ਹੈ, ਕਦੀ ਭਿੱਟਦਾ ਨਹੀਂ, ਕਿਉਂਕਿ ਕੇਸਰ ਕੀਮਤੀ ਹੈ। ਉਹ ਕਹਿੰਦਾ ਇਹ ਸੁੱਚਾ ਹੀ ਹੈ। ਬਾਬਾ ਜੀ ਨੇ ਕਿਹਾ ਉਦਾਹਰਨ ਲਈ ਵੀ ਭਗਤ ਕੀ ਹੈ। ਅਗਲਾ ਸ਼ਬਦ ਕੁਸਮ, ਕੁਸਮਦਾਰ ਤੇ ਫੁੱਲ। ਹੁਣ ਮਾਲੀ ਫੁੱਲ ਪਾਲਦਾ ਹੈ, ਮਾਲਨ ਫੁੱਲ ਤੋੜ ਕੇ ਉਹਦਾ ਸਿਹਰਾ ਬਣਾਉਂਦੀ ਹੈ। ਯਾਦ ਰੱਖਿਓ, ਸਾਡੇ ਗੁਰਦੁਆਰਿਆਂ 'ਚ ਦਰਬਾਰ ਸਾਹਿਬ ਜਦੋਂ ਕਿਸੇ ਨੂੰ, ਅਸੀਂ ਵੀ ਜਾਣਦੇ ਹਾਂ, ਹਜੂਰ ਸਾਹਿਬ ਪਾਉਂਦੇ ਆ ਨਾ, ਆਮ ਤੌਰ ਤੇ ਕਿਹਾ ਜਾਂਦਾ ਜੀ ਇਹ ਹਾਰ ਪਾ ਦਿੱਤਾ। ਗੁਰਮਤ ਵਿੱਚ ਉੱਥੇ ਕਿਸੇ ਥਾਂ ਤੇ ਨਹੀਂ ਕਹਿੰਦੇ ਹਾਰ ਪਾਇਆ ਜਾਂਦਾ, ਉੱਥੇ ਕਿਹਾ ਜਾਂਦਾ ਇਹਨੂੰ ਗੁਰੂ ਘਰ ਵੱਲੋਂ ਸਿਹਰਾ ਦਿੱਤਾ ਗਿਆ। ਇਹ ਨੁਕਤਾ ਧਿਆਨਯੋਗ ਹੈ। ਉੱਥੇ ਜਦੋਂ ਗੱਲ ਚ ਜਿਹਨੂੰ ਆਪਾਂ ਹਾਰ ਕਹਿੰਦੇ ਆ ਨਾ, ਉੱਥੇ ਗੁਰਮਤ ਦੀ ਸ਼ਬਦਾਵਲੀ ਚ ਕੋਈ ਨਹੀਂ ਕਹਿੰਦਾ ਨੂੰ ਹਾਰ ਪਾਇਆ, ਕਿਉਂਕਿ ਹਾਰ ਤਾਂ ਹਾਰਿਆਂ ਹੋਇਆਂ ਨੂੰ ਪਾਇਆ ਜਾਂਦਾ ਹੈ, ਤੇ ਸਿਹਰੇ ਉਹਨਾਂ ਦੇ ਸਿਰ ਤੇ ਵੱਜਦੇ ਨੇ ਜਿਹੜੇ ਜਿੱਤ ਕੇ ਆਉਂਦੇ। ਮੇਰੇ ਮਨ ਚ ਆਇਆ ਹਜੂਰ ਸਾਹਿਬ ਦੀ ਗਏ, ਕਹਿੰਦੇ ਜੀ ਸਿਹਰਾ ਮਿਲਿਆ। ਹਰਮੰਦਰ ਸਾਹਿਬ ਮੈਂ ਗਿਆ, ਕਹਿੰਦੇ ਭਾਈ ਸਾਹਿਬ ਆ ਗੁਰੂ ਰਾਮਦਾਸ ਦੇ ਘਰ ਦਾ ਸਿਹਰਾ। ਮੇਰੇ ਮਨ ਚ ਉੱਥੇ ਆ ਗਿਆ, ਹਾਰ ਕਿਉਂ ਨਹੀਂ ਕਹਿੰਦੇ? ਫਿਰ ਮੈਂ ਇੱਕ ਦਿਨ ਨੂੰ ਪੁੱਛਿਆ ਸਿੰਘ ਸਾਹਿਬ ਨੂੰ, ਉਹ ਕਹਿੰਦੇ ਹਾਂ ਜੀ ਹਾਰ ਤਾਂ ਉਂਝ ਲੋਕੀ ਜਿੱਤਿਆਂ ਹੋਇਆਂ ਨੂੰ ਪਾਣ ਲੱਗ ਪਏ ਆ, ਪਰ ਉਹ ਇਸ ਕਰਕੇ ਪਾਉਂਦੇ ਆ ਵੀ ਢੋਲ ਵੱਜਦਾ ਪਿਆ, ਤੈਨੂੰ ਜਿਤਾ ਕੇ ਲਿਆਏ ਆ, ਪਰ ਜਿਹੜਾ ਤੇਰੇ ਗਲ ਚ ਪਾਇਆ ਹਾਰ, ਇਹ ਚੇਤੇ ਰੱਖੀ, ਜੇ ਜਿਤਾ ਸਕਨੇ ਆ ਕੱਲ ਨੂੰ ਹਰਾ ਵੀ ਸਕਨੇ ਆ। ਜਿਹੜਾ ਸਿਹਰਾ ਹੈ ਨਾ, ਉਹ ਹਾਰ ਦਾ ਤੇ ਸੂਚਕ ਹੀ ਨਹੀਂ ਹੈਗਾ। ਸਿਹਰਾ ਜਿੱਤਿਆਂ ਹੋਇਆਂ ਲਈ, ਵੇਖੋ ਇਹਦਾ ਸਿਹਰਾ ਵਿਆਹ ਨਾਲ ਨਾ ਸਮਝਿਓ, ਆਪਾਂ ਕਹਿੰਦੇ ਇਸ ਕੰਮ ਦਾ ਸਿਹਰਾ ਇਹਦੇ ਸਿਰ ਤੇ ਜਾਂਦਾ, ਇਹਦਾ ਮਤਲਬ ਜਿੱਤੇ। ਹੁਣ ਫੁੱਲ ਜਿਹੜਾ ਉਹਨੂੰ ਮਾਲਨ ਤੋੜ ਕੇ ਲਿਆਈ, ਉਹਨੇ ਗੁੰਦ ਦਿੱਤਾ, ਕਹਿਣ ਲੱਗੇ ਮੰਦਿਰ ਵਿੱਚ ਪੁਸ਼ਪ ਆ ਗਿਆ, ਫੁੱਲ ਆ ਗਏ। ਕਦੀ ਕਿਸੇ ਨੇ ਮੰਦਿਰ ਦੇ ਪੁਜਾਰੀ ਨੇ ਪੁੱਛਿਆ ਜਿਹੜੇ ਫੁੱਲ ਲੈ ਕੇ ਆਏ ਹੋ ਇਹ ਕਿਹੜੀ ਜਾਤ ਦੇ ਬੰਦੇ ਸਨ ਜਿਨ੍ਹਾਂ ਨੇ ਫੁੱਲ ਪੈਦਾ ਕੀਤੇ ਨੇ ਭੇਡੇ? ਇਹ ਕਿਹੜੀ ਜਾਤ ਦੇ ਮਾਲਣ? ਉਹ ਕਹਿੰਦੇ ਨਾ ਨਾ, ਫੁੱਲ ਸ਼ੁੱਧ ਹੀ ਹੁੰਦੇ ਆ, ਫੁੱਲ ਅਪਵਿੱਤਰ ਨਹੀਂ। ਇੱਕ ਕੇਸਰ, ਦੂਜਾ ਫੁੱਲ, ਤੀਸਰੀ ਮੈਂ ਬੇਨਤੀ ਕਰਾਂਗਾ ਕੇਸਰ ਕੁਸਮ ਮਿਰਗ ਮੈਂ ਬਾਣੀ ਕਹੇ, ਮਿਰਗ ਹਰਨ, ਮੈਦ ਅਰਥ ਮੱਧ, ਜਿਹਨੂੰ ਕਸਤੂਰੀ ਕਹਿੰਦੇ। ਮਿਰਗ ਦੀ ਨਾਭੀ ਵਿੱਚ ਕਸਤੂਰੀ ਹੁੰਦੀ ਹੈ ਜੀ, ਪਰ ਸਾਰੇ ਮਿਰਗ ਜਿਹੜੇ ਨੇ ਉਹਨਾਂ 'ਚ ਕਸਤੂਰੀ ਨਹੀਂ ਹੁੰਦੀ, ਵਿਰਲਾ ਵਿਰਲਾ ਹੁੰਦਾ ਕਸਤੂਰਿਆ ਮਿਰਗ। ਹੁਣ ਉਸ ਮਿਰਗ ਨੂੰ ਜਦੋਂ ਕਿਸੇ ਨੇ ਚੀਰਨਾ, ਉੱਚੀ ਜਾਤ ਵਾਲੇ ਨੇ ਥੋੜਾ ਚੰਮ ਦਾ ਕੰਮ ਕਰਨ ਵਾਲਾ, ਉਹਨੇ ਮਿਰਗ ਨੂੰ ਚੀਰਿਆ, ਉਹਦੇ ਕਸਤੂਰੀ ਉਹਦੀ ਨਾਭੀ ਚੋਂ ਕੱਢ ਲਈ, ਨਾਪਾ, ਉਹ ਬੜੀ ਕੀਮਤੀ ਹੁੰਦੀ। ਜਦੋਂ ਕਿਸੇ ਉੱਚੀ ਜਾਤ ਵਾਲੇ ਨੂੰ ਪਕੜਾਈ, ਉਹ ਇਹ ਨਹੀਂ ਪੁੱਛਦਾ
ਵੀ ਇਸ ਮਿਰਗ ਨੂੰ ਚੀਰਿਆ ਕਿੰਨੇ, ਕਿਹਦੇ ਹੱਥ ਵਿੱਚੋਂ ਕਸਤੂਰੀ ਨਿਕਲੀ? ਉਹ ਕਹਿੰਦਾ ਨਹੀਂ ਨਹੀਂ, ਇਸ ਮਸਲੇ 'ਚ ਕਸਤੂਰੀ ਸ਼ਾਸਤਰ ਕਹਿੰਦਾ ਪਵਿੱਤਰ ਹੀ ਹੁੰਦੀ ਹੈ, ਕਿਉਂਕਿ ਉਹ ਵੀ ਕੀਮਤੀ ਹੈ। ਕੇਸਰ ਕੁਸਮ ਮਿਰਗ ਮੈਂ ਅਗਲਾ ਸ਼ਬਦ ਹੈ ਖਰਨਾ। ਇੱਥੇ ਖਰਨ ਦਾ ਅਰਥ ਵਿਦਵਾਨ ਪੁਰਸ਼ਾਂ ਨੇ ਕੀਤਾ ਸੋਨਾ। ਹਰਨਾ ਦਾ ਅਰਥ ਹਿਰਨ ਨਹੀਂ ਕੀਤਾ, ਸੋਨਾ। ਉਹ ਕਹਿੰਦੇ ਆ ਕਿ ਇੱਕ ਬੰਦਾ ਸੋਨਾ ਖਰੀਦਣ ਗਿਆ ਹੈ, ਇੱਕ ਵੇਚਣ ਗਿਆ ਹੈ। ਮੰਨ ਲਓ ਵੇਚਣ ਵਾਲਾ ਉਹਦੇ ਪਰਿਵਾਰ ਵਿੱਚੋਂ ਜਿਹਦੇ ਘਰ ਚੋਂ ਸੋਨਾ ਵੇਚਣ ਆਏ ਨੇ ਉਹ ਨੀਵੀਂ ਜ਼ਾਤ ਦਾ ਹੈ। ਸੁਨਾਰ ਕਦੀ ਇਹ ਨਹੀਂ ਕਹਿੰਦਾ ਵੀ ਤੇਰੇ ਘਰ ਚੋਂ ਆਏ ਸੋਨੇ ਦਾ ਰੇਟ ਘੱਟ ਹੈ, ਇਹ ਇੰਨੇ ਰੁਪਏ ਤੋਲਾ ਘੱਟ ਹੋਵੇਗਾ। ਕਹਿੰਦਾ ਨਹੀਂ, ਸੋਨਾ ਕਿਸੇ ਦੇ ਹੱਥ ਵਾਲੀ ਹੋਵੇ ਉਹ ਪਵਿੱਤਰ ਹੀ ਰਹਿੰਦਾ ਹੈ। ਬਾਬਾ ਜੀ ਕਹਿੰਦੇ ਭਲੇ ਲੋਕੋ, ਇੱਕ ਕੇਸਰ, ਦੂਜਾ ਫੁੱਲ, ਤੀਜੀ ਕਸਤੂਰੀ ਮਿਰਗ ਦੀ, ਚੌਥੀ ਸੋਨਾ, ਇਹਨਾਂ ਦੀ ਕੋਈ ਸੁੱਚ ਪਿੱਟ ਨਹੀਂ ਹੁੰਦੀ। ਇਹ ਅਪਵਿੱਤਰ ਨਹੀਂ ਹੁੰਦੇ, ਇਹ ਪਵਿੱਤਰ ਹੀ ਹੁੰਦੇ ਨੇ। ਭਗਤ ਕਿਸੇ ਵੀ ਜਾਤ ਵਿੱਚ ਪੈਦਾ ਹੋ ਜਾਏ, ਰੱਬ ਦੀ ਭਗਤੀ ਕਰਨ ਲੱਗ ਪਏ, ਇੱਥੇ ਵੀ ਪਵਿੱਤਰ ਹੁੰਦੇ ਨੇ, ਰੱਬ ਦੇ ਘਰ ਵਿੱਚ ਵੀ ਪਵਿੱਤਰ ਹੁੰਦੇ। ਮਹਾਰਾਜ ਨੇ ਸ਼ਬਦ ਵਰਤੇ ਕੇਸਰ ਕੁਸਮ ਮਿਰਗ ਮੈਂ ਖਰਨਾ ਸਰਬ ਸਰੀਰੀ ਚਰਨਾ। ਅਗਲਾ ਬਚਨ ਹੈ ਚੰਦਨ, ਭਗਤਾਂ ਜੋਤ ਅਨੇਕੀ। ਚੰਦਨ ਸਭ ਨੂੰ ਸੁਗੰਧੀ ਦਿੰਦਾ ਹੈ, ਤੇ ਭਗਤੀ ਕਰਨ ਵਾਲਾ ਭਗਤ ਜਿਹੜਾ ਹੈ ਉਹ ਵੀ ਸਭ ਨੂੰ ਨਾਮ ਦੀ ਸੁਗੰਧੀ ਦਿੰਦਾ ਹੈ। ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ। ਘੇ ਭੱਟ, ਘੇ ਦਾ ਅਰਥ ਘਿਓ। ਗੁਰਮੁਖੋ, ਘਿਓ ਨੂੰ ਮੈਂ ਸਾਡੇ ਤੇ ਨਹੀਂ, ਜੇ ਉਹਨਾਂ ਦੇ ਮਤ ਅਨੁਸਾਰ ਦੇਖੋ, ਘਿਓ ਕੋਈ ਬੰਦਾ ਵੀ ਹੱਥ ਲਾ ਲੈ ਨਾ, ਉਹ ਕਹਿੰਦੇ ਨੇ ਇਹ ਅਪਵਿੱਤਰ ਨਹੀਂ, ਇਹ ਪਵਿੱਤਰ ਹੀ ਹੈ। ਮਹਾਰਾਜ ਕਹਿੰਦੇ ਘਿਓ ਅਪਵਿੱਤਰ ਨਹੀਂ, ਪਵਿੱਤਰ ਰਹਿੰਦਾ ਹੈ। ਤੇ ਰੇਸ਼ਮ ਦਾ ਕੱਪੜਾ ਪਵਿੱਤਰ ਹੈ। ਗੁਰੂ ਜੀ ਕਹਿੰਦੇ ਜਿਵੇਂ ਘਿਓ ਤੇ ਰੇਸ਼ਮ ਦਾ ਕੱਪੜਾ, ਸੋਨਾ, ਫੁੱਲ, ਮਿਰਗ ਦੀ ਕਸਤੂਰੀ, ਇਹ ਸਾਰੀਆਂ ਥਾਵਾਂ ਤੇ ਪ੍ਰਵਾਨ ਨੇ। ਭਾਈ ਜਾਤ ਦੇ ਆਧਾਰ ਤੇ ਭਗਤੀ ਕਰਨ ਵਾਲੇ ਨੂੰ ਮਾੜਾ ਮਤ ਕਹੋ। ਕਹਿੰਦੇ ਮੈਂ ਇਹਨਾਂ ਦੇ ਦਰ ਤੇ ਖੈਰ ਮੰਗਣਾ, ਇਹ ਇੱਥੇ ਵੀ ਪਰਿਵਾਰ ਨੇ, ਪ੍ਰਭੂ ਦੇ ਘਰ ਵਿੱਚ ਵੀ ਪਰਿਵਾਰ। ਇਹ ਗੁਰਮਤ ਦਾ ਨਜ਼ਰੀਆ ਹੈ ਭਗਤ ਬਾਰੇ। ਇਹ ਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਤੇਰਾ ਨਾਮ ਨਿਵੈ ਰਹਿ ਲਿਵ ਲਾਏ, ਨਾਨਕ ਤਿਨ ਦਰ ਭੀਖਿਆ ਪਾਏ। ਦੋ ਤਿੰਨ ਬਚਨ ਅਸੀਂ ਹੋਰ ਲੈਣੇ। ਇਹ ਸਾਡੇ ਚ ਵੀ ਹੋ ਗਿਆ ਜੀ। ਇਹ ਗੁੱਸਾ ਨਾ ਕਰਿਓ ਇਸ ਗੱਲ ਦਾ। ਬਹੁਤ ਜ਼ਿਆਦਾ ਜਾਤ ਦੇ ਆਧਾਰ ਤੇ ਆਪਣਾ ਜਿਹੜਾ ਸਾਰਾ ਮਸਲਾ ਅੱਜ ਵਿਗੜਿਆ ਪਿਆ ਨਾ, ਸੀ ਇਹ ਰੌਲਾ ਤੇ ਪਾ ਦਿੰਦੇ ਆ ਵੀ ਫਲਾਣਾ ਧਰਮ ਇੰਨਾ ਪ੍ਰਚਾਰ ਕਰ ਗਿਆ, ਉਹ ਖਿੱਚ ਕੇ ਲੈ ਗਿਆ। ਕੁਝ ਤਾਂ ਉਹ ਖਿੱਚ ਕੇ ਲੈ ਗਏ, ਕੁਝ ਸਾਡੇ ਹੰਕਾਰ ਨੇ ਉਹਨਾਂ ਨੂੰ ਦੂਰ ਕਰ ਦਿੱਤਾ। ਫਿਰ ਯਾਦ ਰੱਖਿਓ, ਕੋਈ ਸਮਾਜ ਹੋਵੇ, ਕੋਈ ਬੰਦੇ ਹੋਣ, ਜਿੱਥੇ ਈਰਖਾ ਦੇ ਨਾਲ ਦੂਰੀ ਬਣ ਲੱਗ ਪਏ, ਲੋਕ ਇੱਕ ਦੂਜੇ ਨੂੰ ਨਹੀਂ ਪਸੰਦ ਕਰਦੇ, ਫਿਰ ਨਫ਼ਰਤ ਜਿਹੜੀ ਹੋਰ ਦੂਰੀ ਬਣਾ ਦਿੰਦੀ। ਆਪਾਂ ਪਿੰਡਾਂ 'ਚ ਨਹੀਂ ਕਹਿੰਦੇ ਜੀ, ਕਿਹਾ ਜਾਂਦਾ, ਮੈਂ ਪੰਜਾਬ 'ਚ ਆ ਕੇ ਸੁਣਿਆ ਕਿ ਜੀ ਗੁਰਦੁਆਰੇ ਤੇ 3 ਨੇ, ਇੱਕ ਅਧਰਮੀਆਂ ਦਾ ਹੈ। ਇਹ ਕਿਉਂ ਧਰਮੀ ਸ਼ਬਦ ਕਿੱਥੋਂ ਪੈਦਾ ਹੋ ਗਿਆ ਜੀ? ਇਹ ਉਹਨਾਂ ਦਾ ਗੁਰਦੁਆਰਾ ਹੈ। ਇੱਥੋਂ ਤੱਕ ਆਪ ਜੀ ਨੂੰ ਸ਼ਾਇਦ ਗਿਆਤ ਹੋਵੇ, ਸ਼ੇਰੇ ਪੰਜਾਬ ਦੇ ਰਾਜ ਤੋਂ ਬਾਅਦ ਇਹੋ ਜਿਹਾ ਸਮਾਂ ਆ ਗਿਆ ਸੀ, ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਮੂਰਤੀਆਂ ਦੀ ਆਰਤੀ ਹੁੰਦੀ ਸੀ। ਪਤਾ ਹੋਣਾ ਆਪ ਜੀ ਨੂੰ, ਸਿੰਘ ਸਭਾ ਮੂਵਮੈਂਟ ਤੋਂ ਪਹਿਲਾਂ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣੀ ਚਾਹਨਾ। ਇੱਥੋਂ ਤੱਕ ਕਿ ਜਿਹੜੇ ਨੀਵੀਂ ਜਾਤ ਦੇ ਲੋਕ ਕਹਿੰਦੇ ਸਨ ਜਿਨ੍ਹਾਂ ਸਿੱਖਾਂ ਨੂੰ, ਉਹਨਾਂ ਦੀ ਦੇਗ ਦਾ ਸਮਾਂ ਨਿਰਧਾਰਤ ਹੁੰਦਾ ਸੀ। ਹੁਣ ਤੇ ਦੇਗ ਆਪਾਂ ਸਾਰੇ ਲੈ ਜਾਂਦੇ ਆ ਨਾ, ਪਹਿਲਾਂ ਦੇਗ ਘਰਾਂ ਚੋਂ ਬਣ ਕੇ ਆਉਂਦੀ ਸੀ। ਅੱਜ ਤੁਹਾਨੂੰ ਪਤਾ ਸਿਰਫ ਇੱਕ ਦੇਗ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਬਾਬਾ ਸ਼ਾਮ ਸਿੰਘ ਜੀ ਦੇ ਸਥਾਨ ਤੋਂ ਆਉਂਦੀ, ਡੇਰੇ ਤੋਂ। ਬਾਕੀ ਸਾਰੀ ਦੇਗ ਤੁਹਾਨੂੰ ਪਤਾ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਚ ਬਣਦੀ। ਉਸ ਵਕਤ ਜਿਨ੍ਹਾਂ ਨੂੰ ਉਹ ਪੁਜਾਰੀ ਕਹਿੰਦੇ ਸਨ, ਮੈਂ ਆਪਣੇ ਮੂੰਹ ਚੋਂ ਨਹੀਂ ਕਹਿ ਰਿਹਾ ਜੀ, ਜਿਨ੍ਹਾਂ ਨੂੰ ਪੁਜਾਰੀ ਕਹਿੰਦੇ ਸਨ ਇਹ ਸ਼ੂਦਰ ਨੇ ਜੀ। ਇਹਨਾਂ ਦੀ ਦੇਗ ਦਾ ਸਮਾਂ ਨਿਰਧਾਰਤ ਹੈ। ਉਸ ਤੋਂ ਅੱਗੇ ਪਿੱਛੇ ਜੇ ਦੇਗ ਲਿਆਉਂਦੇ ਸਨ, ਉਹਨਾਂ ਦੀ ਦੇਗ ਸਵੀਕਾਰ ਨਹੀਂ ਸੀ ਕੀਤੀ ਜਾਂਦੀ। ਇੱਕ ਘਟਨਾ ਵਾਪਰੀ ਦਰਬਾਰ ਸਾਹਿਬ। ਤੁਹਾਡੇ ਫਲੋਰ ਤੋਂ ਜਲੰਧਰ ਨੂੰ ਜਾਈਏ, ਇੱਕ ਪਿੰਡ ਹੁੰਦਾ ਬਕਾਪੁਰ, ਇੱਥੋਂ ਦੇ ਇੱਕ ਮੌਲਵੀ ਸਾਹਿਬ ਸਨ। ਉਹ ਜਾਂਦੇ ਸਨ ਪੜਾਣ, ਰਸਤੇ ਚ ਨਿਰਮਲੇ ਸਾਧੂਆਂ ਦਾ ਅਸਥਾਨ ਸੀ। ਉਹਨਾਂ ਨੂੰ ਗੁਰਬਾਣੀ ਦੀ ਚੇਟਕ ਲੱਗ ਗਈ, ਗੁਰਬਾਣੀ ਪੜਨ ਲੱਗ ਪਏ। ਇੱਥੋਂ ਤੱਕ ਉਹਨਾਂ ਦੱਸਿਆ ਨਹੀਂ, ਆਪਣੇ ਘਰ ਚ ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ।
ਪ੍ਰਕਾਸ਼ ਜਦੋਂ ਕੀਤਾ, ਕੁਝ ਸਮੇਂ ਬਾਅਦ ਉਹਨਾਂ ਦੇ ਘਰੋਂ ਬੀਬੀ ਚੜ੍ਹਾਈ ਕਰ ਗਈ, ਫੌਤ ਹੋ ਗਈ। ਉਹਨਾਂ ਨੇ ਆਉਣਾ ਸੀ ਇਸਲਾਮ ਮੁਤਾਬਕ ਉਹਦਾ ਜਨਾਜ਼ਾ ਲੈਣ ਕੱਢਣ ਲਈ। ਮੌਲਵੀ ਸਾਹਿਬ ਨੇ ਕਹਿਤਾ, ਨਹੀਂ ਜੀ, ਮੇਰੇ ਨਾਮ ਨਾਲ ਮੌਲਵੀ ਜ਼ਰੂਰ ਹੈ, ਪਰ ਮੈਂ ਨਾ ਸਿੱਖ ਬਣ ਚੁੱਕਾ ਹਾਂ, ਮੇਰੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਚੁੱਪ ਕਰ ਗਏ। ਫਿਰ ਉੱਥੇ ਅੰਮ੍ਰਿਤ ਸੰਚਾਰ ਹੋਇਆ ਸੀ। ਉਹਨਾਂ ਦਾ ਪੜਪੋਤਾ ਮੈਨੂੰ ਮਿਲਦਾ ਰਹਿੰਦਾ ਹੈ, ਚਲੋ ਮੈਂ ਲਾਈਵ ਕਹਿ ਦੇਣਾ, ਮੈਂ ਕਹਿਣੀ, ਉਹ ਮੈਨੂੰ ਕਈ ਵਾਰੀ ਕਹਿੰਦਾ ਕਿ ਅਜ਼ਾਇਬ ਘਰ ਵਿੱਚ ਜਣੇ ਖਣੇ ਦੀ ਫੋਟੋ ਲੱਗ ਗਈ, ਉਹਦੇ ਦਾਦੇ ਦੀ ਫੋਟੋ ਨਹੀਂ ਲੱਗੀ, ਜਿਨਨੇ ਦੇਗ ਲੈ ਕੇ ਹਰਿਮੰਦਰ ਸਾਹਿਬ ਵਿੱਚ ਇਹ ਰੀਤ ਤੋੜੀ ਸੀ ਕਿ ਦੇਗ ਹਰ ਵੇਲੇ ਹਰ ਬੰਦੇ ਦੀ ਪ੍ਰਵਾਨ ਹੋ ਸਕੇ। ਉਸ ਮੌਲਵੀ ਨੇ ਅੰਮ੍ਰਿਤ ਛਕਿਆ, ਉਹਦੇ ਬੱਚਿਆਂ ਨੇ ਅੰਮ੍ਰਿਤ ਛਕਿਆ। ਉਹਦੇ ਇੱਕ ਬੱਚੇ ਦਾ ਨਾਮ ਰੱਖਿਆ ਮਹਿਤਾਬ ਸਿੰਘ। ਮੈਂ ਥੋੜਾ ਜਿਹਾ ਤਾਂ ਆਇਆ, ਜਾਤ ਪਾਤ ਦਾ ਚੱਲਦਾ ਪਿਆ ਨਾ, ਉਹਦਾ ਨਾਮ ਮਹਿਤਾਬ ਸਿੰਘ ਰੱਖਿਆ। ਉਹਨੇ ਇੱਕ ਸੁਸਾਇਟੀ ਜਥੇਬੰਦੀ ਬਣਾਈ, ਖਾਲਸਾ ਬਿਰਾਦਰੀ। ਜਲਿਆਂਵਾਲੇ ਬਾਗ 'ਚ ਗੁਰਮਤਿ ਸਮਾਗਮ ਕੀਤਾ ਜੀ। ਜਦੋਂ ਇਹ ਸਮਾਗਮ ਹੋਇਆ, ਉਸ ਤੋਂ ਬਾਅਦ ਇਹ ਸੀ ਵੀ ਆਪਾਂ ਦੇਗ ਲੈ ਕੇ ਹਰਿਮੰਦਰ ਸਾਹਿਬ ਜਾਣਾ। ਉਹ ਜੀ ਵਿਦਿਆਰਥੀ ਸਨ, ਮੈਂ ਚਲੋ ਸਾਰਿਆਂ ਦੇ ਨਾਮ ਨਹੀਂ ਲੈਣਾ। ਬਾਬਾ ਹਰਕਿਸ਼ਨ ਸਿੰਘ ਜੀ ਖਾਲਸਾ ਕਾਲਜ ਦੇ ਵਿਦਿਆਰਥੀ, ਸਰਦਾਰ ਤੇਜਾ, ਜਥੇਦਾਰ ਤੇਜਾ ਸਿੰਘ ਜੀ ਪੁੱਚਰ, ਜਥੇਦਾਰ ਤੇਜਾ ਸਿੰਘ ਜੀ ਚੂੜਕਾਣਾ, ਜਥੇਦਾਰ ਕਰਤਾਰ ਸਿੰਘ ਜੀ ਝੱਬਰ, ਇਹ ਸਾਰੇ ਸੱਜਣ ਉੱਤੇ ਇਕੱਠੇ ਹੋਏ ਦੇਗ ਲੈ ਕੇ ਹਰਿਮੰਦਰ ਸਾਹਿਬ ਗਏ। ਪੁਜਾਰੀਆਂ ਨੇ ਕਹਿਤਾ, ਬਾਹਰ ਚੱਲੋ, ਤੁਸੀਂ ਸ਼ੂਦਰ ਹੋ, ਤੁਹਾਡੀ ਦੇਗ ਨਹੀਂ ਪ੍ਰਵਾਨ ਹੋ ਸਕਦੀ। ਉਹਨਾਂ ਕਿਹਾ, ਜੀ ਕਿਉਂ? ਕਹਿਣ ਲੱਗੇ, ਤੁਹਾਡੀ ਜਾਤ ਕੀ ਹੈ? ਉਹਦੇ ਵਿੱਚੋਂ ਫਿਰ ਇੱਕ ਸਿੰਘ ਬੋਲਿਆ, ਉਹਨੇ ਕਿਹਾ, ਜੀ ਪੁਜਾਰੀ ਜੀ, ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਓ, ਗੁਰੂ ਗ੍ਰੰਥ ਸਾਹਿਬ ਮੰਨਦੇ ਨੇ ਜੋ ਕੋਈ ਤੁਸੀਂ ਕਹਿ ਰਹੇ ਹੋ ਸਾਨੂੰ? ਉਹ ਅੱਗੋਂ ਬੋਲ ਕੇ ਕਹਿੰਦਾ, ਵੀ ਆਪੋ ਇੱਥੋਂ ਨਿਕਲੋ, ਸਾਡੇ ਕੋਲ ਪੜਨ ਦਾ ਵਕਤ ਨਹੀਂ। ਉੱਥੇ ਫਿਰ ਥੋੜਾ ਜਿਹਾ ਜਦੋਂ ਝਗੜਾ ਸ਼ੁਰੂ ਹੋਇਆ, ਸਾਡੇ ਬਜ਼ੁਰਗ ਸਨ ਵਿੱਚ ਬਾਪੂ ਤੇਜਾ ਸਿੰਘ ਚੂੜਕਾਣਾ, ਉਹਦੇ ਬਕਾਇਦਾ ਨਾਂ ਲਿਖਿਆ। ਉਹਨਾਂ ਸ਼ਬਦ ਕਹਿਣ ਲੱਗੇ, ਪੁਜਾਰੀਓ, ਅਸੀਂ ਪਿੰਡੂ ਬੰਦੇ ਆ, ਜੇ ਮੰਨ ਜਾਓਗੇ ਠੀਕ ਨਹੀਂ, ਤੇ ਦੂਜਾ ਤਰੀਕਾ ਵੀ ਹੈ। ਉੱਥੇ ਫਿਰ ਹੋਇਆ ਕਿ ਜੀ ਭਾਈ ਗੁਰਬਚਨ ਸਿੰਘ ਗ੍ਰੰਥੀ ਸਨ। ਇਹ ਮੈਂ ਗੱਲ ਕਰ ਰਿਹਾ 1920 ਦੇ ਨੇੜੇ, ਸ਼ਾਇਦ ਉਦੋਂ ਦੀ ਗੱਲ ਹੈ। ਉਹਨਾਂ ਫਿਰ ਫੈਸਲਾ ਇਹ ਹੋਇਆ, ਜੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪੁੱਛੋ ਕਿ ਜਾਤ ਦੇ ਆਧਾਰ ਤੇ ਇਹ ਬੰਦੇ ਨੀਵੇਂ ਨੇ। ਉਹਨਾਂ ਕਿਹਾ, ਜੀ ਅਸੀਂ ਅੰਮ੍ਰਿਤ ਛਕਿਆ। ਮਹਿਤਾਬ ਸਿੰਘ ਜੀ ਅੱਗੇ ਵਧੇ, ਵੇਖੋ ਮੁਸਲਮਾਨ ਦਾ ਬੇਟਾ। ਇਸ ਕਰਕੇ ਮੈਂ ਕਹਿਣਾ ਹੁਣਾ, ਐਵੇਂ ਹੰਕਾਰ 'ਚ ਨਾ ਮਨਾ ਤੁਰੇ ਫਿਰੀ ਕਿ ਸਿੱਖ ਦੇ ਘਰ ਹੀ ਪੈਦਾ ਹੋਵੇਗਾ ਤੇ ਉਹਨੇ ਕੁਝ ਕ੍ਰਾਂਤੀ ਲਿਆਉਣੀ। ਇੱਥੇ ਕੋਈ ਪਤਾ ਨਹੀਂ ਇਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਨੇ ਹੱਥ ਰੱਖ ਦੇਣਾ ਤੇ ਉਹਨੇ ਸਭ ਕੁਝ ਬਦਲ ਦੇਣਾ। ਇਹ ਬਖਸ਼ਿਸ਼ ਹੈ। ਭਾਈ ਮਹਿਤਾਬ ਸਿੰਘ ਨੇ ਕਿਹਾ, ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਉੱਥੇ ਫਿਰ ਅਰਦਾਸ ਇਹ ਹੋਈ, ਇਹ ਭੱਜ ਗਏ। ਖਾਲਸਾ ਕਾਲਜ ਦੇ ਵਿਦਿਆਰਥੀ ਨੇ ਅਰਦਾਸ ਕੀਤੀ ਕਿ ਧੰਨ ਗੁਰੂ ਰਾਮਦਾਸ ਜੀ ਇਹ ਦੇਗ ਲੈ ਕੇ ਆਏ ਆ। ਗੁਰਬਾਣੀ ਕਹਿ ਰਹੀ ਏ ਵੀ ਕਰਮ ਦੇ ਅਨੁਸਾਰ ਬੰਦਾ ਛੋਟਾ ਤੇ ਵੱਡਾ ਹੈ। ਇਹ ਕਹਿ ਰਹੇ ਨੇ ਜਾਤ ਦੇ ਆਧਾਰ ਤੇ ਹੈ ਕਿ ਇਹਨਾਂ ਦੀ ਦੇਗ ਪ੍ਰਵਾਨ ਹੋ ਸਕਦੀ ਏ, ਤੁਸੀਂ ਹੁਕਮਨਾਮਾ ਬਖਸ਼ ਦਿਓ। ਪਿਆਰਿਓ, ਹੁਕਮਨਾਮਾ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਦੇਖੋ ਉਹਦੇ ਵਿੱਚ ਹੈ, ਹਰ ਜੀਓ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਪੂਰੇ ਸਤਿਗੁਰ ਲੀਏ ਰਲਾਏ। ਜਦੋਂ ਸ਼ਬਦ ਆਇਆ ਪੂਰੇ ਸਤਿਗੁਰ ਲੀਏ ਰਲਾਏ, ਪਿਆਰਿਓ ਸਾਰਿਆਂ ਦੀਆਂ ਅੱਖਾਂ 'ਚ ਨੀਰ ਸੀ। ਉਸ ਦਿਨ ਤੋਂ ਬਾਅਦ ਹਰਮੰਦਰ ਸਾਹਿਬ ਪੁਜਾਰੀ ਛੱਡ ਕੇ ਚਲੇ ਗਏ, ਅਕਾਲ ਤਖਤ ਸੁਈਆਂ ਹੋ ਗਿਆ। ਉੱਥੇ ਫਿਰ ਜਥੇਦਾਰ ਥਾਪੇ ਗਏ ਸਨ, ਸਰਦਾਰ ਤੇਜਾ ਸਿੰਘ ਜੀ ਪੁੱਚਰ। ਮੈਂ ਸਿਰਫ ਇੱਕ ਉਦਾਹਰਨ ਇਹ ਤਾਂ ਲਈਏ ਜੀ, ਸਿੱਖਾਂ ਸੀ, ਅੱਜ ਵੀ ਹੈ। ਇਹਨੂੰ ਇਸ ਭੁਲੇਖੇ ਨੂੰ ਆਪਾਂ ਮਨ ਚੋਂ ਕੱਢ ਦਈਏ, ਇਹ ਬੜਾ ਵੱਡਾ ਕੋੜ ਹੈ। ਗੁਰਮਤ ਨੇ ਜਾਤ ਦੇ ਆਧਾਰ ਤੇ ਕਿਸ ਪਾਸੇ ਖਲੋਤੇ? ਵਰਨ ਵੰਡ ਨਾਲ ਖਲੋਤੇ। ਗੁਰਮਤ ਨੇ ਆਪਣਾ ਨਜ਼ਰੀਆ ਦਿੱਤਾ। ਮਹਾਰਾਜ ਜੀ ਨੇ ਕਿਹਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਨੇ ਕਿਹਾ, ਭਲੇ ਲੋਕੋ ਇੱਥੇ ਤੁਹਾਡੇ ਕਾਰਡ ਚੱਲਦੇ ਨੇ, ਮੈਂ ਫਲਾਣੀ ਜਾਤ ਦਾ ਵਾਂ ਜੀ, ਮੈਂ ਫਲਾਣੀ ਬਰਾਦਰੀ ਦਾ ਵਾਂ। ਮਹਾਰਾਜ ਕਹਿੰਦੇ ਨੇ, ਰੱਬ ਦੇ ਘਰ 'ਚ ਜੀ ਨਵੇਂ ਨੇ। ਕਿਸੇ ਨੇ ਪੁੱਛਣਾ ਤੂੰ ਜੱਟ ਆਇਆ, ਖੱਤਰੀ ਆਇਆ, ਤੂੰ ਕਿਹੜਾ ਆਇਆ? ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ ਨਵੇਂ। ਉਸ ਅਸੀਂ ਉਹਨਾਂ ਨੂੰ ਜਾਣਦੇ ਹੀ ਨਹੀਂ। ਮਹਾਰਾਜ ਕਹਿੰਦੇ ਨੇ, ਭਾਈ ਇਹ ਜਾਤ ਦੇ ਆਧਾਰ ਤੇ ਨਹੀਂ,
मैं थोड़ियां जी आप नूं बेनतियां करा। हुण थोड़ा जिहा ही जिन्हां भगतां दा मजाक उड़ाया गया, सच्ची मुची उन्हां नूं अपमानित किया गया, तीन भगतां दा मैं जिक्र करना है जी। एक तां भगत कबीर जी, जिन्हां ने बाणी कही कबीर मेरी जात को सबको हसने हार। उन्हां दे थोड़े शब्द सुनियो। एक शब्द तुहानूं सब नूं चेते है, मेरा ख्याल है जिन्नी खड़के वो गल करदे, मैं उदन कथा करदे कहा सी भी खाड़कू भगत ने भगत कबीर जी, सारे जोधियां वाले शब्द उन्हां उच्चारण कीते। कौड़ी राग दा शब्द है गर्भवास में कुल नहीं जाती, ब्रह्म बिंदते सब तुपाती, कौरे पंडित बामण कब के होए, बामण कह के जन्म मत कोए। जो तो ब्राह्मण ब्राह्मणी जाया, तो आन बाट काहे नहीं आया। तुम कत ब्राह्मण हम कत सूद, हम कत लोहू तुम कत दूध। पाठ करने वाले अर्थ समझ गए। इत्थे भगत जी की कह रहे हैं, गर्भवास में कुल नहीं जाती। कहते पंडित जी ब्राह्मण जी, मां दे पेट विच जदों जीव मां दे गर्भ विच इहदा तन बन रहा है, मैनू दसो रब ने केड़ी गोत पाई। तेन उदों पता सी मैं ब्राह्मण कर पैदा कौन लगा। मां दे गर्भ विच केड़ी कुल है। गर्भवास में कुल नहीं जाती। अगे ब्रह्म बिंद, इत्थे बिंद दा अर्थ है अंश। उंज वैसे पिता दा बिंद भी हुंदा, रखत बिंद करने में। इत्थे ब्रह्म बिंद लफ्ज बिंद ही है, इहदा अर्थ करांगे अंश। कहन लगे ओ भलिया, ये जिहड़ी तेरे अंदर आत्मा है ते मेरे विच आत्मा है ना, ये शूद्र ते ब्राह्मण कोई नहीं, ये सारियां आत्मावां परमात्मा दी अंश ने। ब्रह्म बिंद ते सब उत्पाती, उस अंश विचों सारे बने आ। कौरे पंडित, पंडित दा अर्थ इत्थे विद्वान है। कौरे पंडित बामण कब के होए, बामण कह के जन्म मत कोए। अगला मेरा ख्याल है एडू शब्द नहीं कोई करड़ा कह सकता। जो तो ब्राह्मण ब्राह्मणी जाया, जे तू कहना मैं उच्ची कुल च पैदा होया ब्राह्मण घर, तो आन बाट काहे नहीं। बाट दर ते रस्ता मार्ग, तेरा जन्म भी उस रस्ते होया, मेरा जन्म भी मां दे उस रस्ते होया। जे तू अपने आप नूं उच्चा कहना, तेनू रब ने होर रस्ता क्यों ना दिता जम्मण वास्ते। मैं बड़े सीधे खुले शब्द वरत रहा। जो तो ब्राह्मण ब्राह्मणी जाया, तो आन बाट काहे नहीं आया। तुम कत ब्राह्मण, तू ब्राह्मण किवें। हम कत सूद, हम कत लोहू तुम का दूध। तो तू दुध दा, तेरियां नाड़ां च दुध है। जे मान ला तू दुध दा बनया ते मैं कला लहू दा वां, फिर मैं मान ला। मैं कई बार सोचना, मैं इंडिया भी उदन क्या, मैं क्या वेखो धर्म दे नां ते एक दूजे नूं मारदे ने, चलदा पिया ना जी। यही कारण कि लोग नास्तिकता हो जाते हैं। इन्नी दुनिया धर्म के नां ते मरी, याद रखियो संसार में इन्नी किसी होर नां ते नहीं मरी। नदियां बहाती, एक दूजे का खून दे प्यासे ने, ये हौमे च एक दूजे नूं मारदे ने, पर जदों हस्पताल दोनों नूं चुक के ले जांदे ने ते खून चाहण लगदे ने। खून ते हो सकदा किसी मुसलमान दा दिता हिंदू नूं फिट होया होवे। क्षमा करियो, किसी नूं एक दूजे दा हिंदू दा खून मुसलमान नूं, सिख दा हिंदू नूं, हिंदू दा सिख नूं। उत्थे भगत जी कहंदे तेरियां नाड़ां विच जे दुध चलदा, तू ब्राह्मण है ते तेरियां नसां विच भी खून चलदा, तेरा भी हार्ट बीट करदा, तेरी भी किडनी मेरे वर्गी है। फिर तू ब्राह्मण क्यों ते मैं शूद्र क्यों? असीं एक हां। उत्थे शब्द वरते है, तुम कत ब्राह्मण हम कत सूद, हम कत लोहू तुम कत दूध। कहो कबीर जो ब्रह्म विचार है, सो ब्राह्मण कईयत है हमारे। साडे घर विच ब्राह्मण ओवे जिहड़ा रब दी विचार करदा। एक बेनती होर सुनियो, वैसे तो उन्होंने बड़े शब्द नहीं जी इस बारे। मैं जो पाठ कर रहा था उन्होंने बाणी का वो बचन है, तू ब्राह्मण मैं कासीक जुल्हा, जुल्हा नहीं जुल्हा, अर्थ जुल्हा ही है। कहते तू तो है ब्राह्मण, मैं कासीक दा मतलब कांशी दा जुलाहा। बूझो मोर ज्ञाना। कहते आ मैं तेनू अपने ज्ञान दी गल सुनावां। मैं वेद नहीं पढ़िया, मैनू जनेऊ नहीं मैं पाया, मैं गायत्री मंत्र नहीं पढ़िया, सारे बचन मैं बाणी च ने। पर कहते मैं तेनू दसा, तू वेद पढ़ के, तू शास्त्र पढ़ के, तू जनेऊ पा के राजियां दे घर च मंगता बन के तुरिया फिरना, पर मैं जुलाहियां दे घर च पैदा होके चेते रखी मैं बादशाह दी परवाह भी नहीं कर। तेरे मेरे ज्ञान च फर्क है। तू ब्राह्मण
मैं कासीक जुल्हा हूँ जो मोर ज्ञाना। मेरी गल सुन, मेरे ज्ञान नू सुन। तुम तो जाचे भूपत राजे, तू राजियां कोल मंगना है हर स्यों मोर ध्याना। मैं भुखा मर जाऊंगा पर रब तो बिना किसी अगे झोली नहीं अड़। ये मेरा ज्ञान है। मैं आप नू बेनती करां जी, भगत कबीर साहब उन्होंने जात के आधार पर शब्द कहे। दो शब्द तीन असीं होर लांगे जी बाणी चों। दो शब्द भगत नामदेव जी दे भाव इको ही दोनों का। वो शब्द बड़े सौखे अर्थ ने जी। वो शब्द है मोको तू ना विसार, तू ना विसार, तू ना विसारे रामैया। सच्ची है, जदों दुनिया किसी नू बहुत सतांदी है ना, वो फिर रब दे दर ते जदों पुकार करदा है, परमात्मा धर्म स्थानां दे मूहे भी चेंज कर दिंदा। बंदगी करन वाला परमात्मा जी ओदी गल कोई नहीं मोड़दे। भगत जी कहंदे ने वाहिगुरू जी तुसीं मैनूं भुलायो ना। मोको तू ना विसार, तू ना विसार, तू ना विसारे रामैया। आलावंती आ जिहड़े उच्ची उच्ची जात वाले ने ये हंकारी हो गया। आलावंती ये भ्रमजोक है। मुझ ऊपर सब कोपिला, पता नहीं मेरे नाल गुस्से च रहिंदे ने। सूद सूद कर मार उठायो। ये जदों मैं नेड़े लंघना कहंदे शूदर जा रहा है, आंदे ने अज मैं मंदिर च आ गया। सूद सूद कर मार उठायो, कहां करूं बाप बीठला। मेरे सोने रब बापू जी मैनू दस मैं केड़ी थां ते जा, मैनू शूदर कह कह के ठोकरा मार दे पे। ये याद रखियो हड बीती है। सूद सूद कर मार उठायो, कहां करूं बाप बीठला। कहने लगे मोए कोई जो मुक्त देहोगे, मुक्त ना जाने कोई। मरण तो बाद मुक्ति दिती, जिन्हां ने मैनू आज ठुड्डे मार के मंदिर चों कढिया, इन्हां नूं पता लग जाना मैं मुक्त हो गया। मुए कोई जो मुक्त देओगे मुक्त ना जाने कोयला। ये पंडिया मोको ढेड कहत है। ये शब्द है ढेड। ढेड पता किनू कहंदे ने जी? उंज सारे अर्थ कीते ने नीच शूदर अर्थ कीते, पर असल च ढेड हुंदा है जिहड़ा पशु नूं मार के ओदा कच्चा मांस खाई जांदा। नीच बिरती वा ਇਹਦਾ अर्थ मैनू ये नीच कहते पे आ। ये पंडिया मोको ढेड कहता तेरी पैज पछाउंडी खोएला। मैनू तो कोई नहीं ठुड्डे मार देणगे, पर वाहिगुरू जी तेरी पैज का की बनेगा, तेरी इज्जत का की बनेगा, तेरे नाम की कोई वैल्यू नहीं। ਇਹਦੇ ਨਾਲ मिलता दूजा शब्द है हस्त खेलत तेरे द्योरे आया। याद रखियो कथा है कबीर मेरी जात को सबको हंसने खार। हस्त खेलत तेरे द्योरे आया, भगत करत नामा पकड़ उठाया हीनड़ी जात। उथे क्या ये पंडिया मोको ढेड कहता है, इत्थे क्या हीनड़ी जात। मेरी नीवी जात कहंदे कीनड़ी जात मेरी जात मराया। छिपे के जन्म काहे को आया, लै कमली चलियो पलटाए। द्योरे पाछे बैठा जाए, ज्यों ज्यों नामा ख्यार गुण उचरे। भगत जना कौ कौ दा अर्थ ते करांगे लई, भगतां लई बंदगी वाले लई परमात्मा ने द्योरे दा मुंह फेर के रख दिता। भगत जना को द्योरा फिरे। जिन्हां ने दर्शन कीते ने, मेरा ख्याल तुहाडे च बैठे होणगे कई सज्जन जिन्हां ने दर्शन कीते। सच्ची मुच्ची मैं कल भी कहा सी, वो सारा मुंह घुमिया होया मंदिर दा। ये उन्हां भगतां दी खद बीती। हुण एक शब्द मैं होर लांगा जी, जात दे आधार ते किन्ना को उन्हां नूं दुख दिते गए, मजाक उड़ाए गए। वो शब्द है नागर जना। भगत रविदास जी मेरी जात बख्यात चमारंग। नगर दे लोगो सारियां नूं पता मैं चम दा काम करन वाला हां। चमार जात नागर जना मेरी जात बख्यात चमारंग। रिदा राम गोबिंद गुण सारंग। ਉਹਦੇ ਖੀਰ ਤੇ ਮੈਂ ਤੁਕ ਲੈਣੀ। ਤਰ ਤਾਰ ਅਪਵਿੱਤਰ ਕਰ ਮਾਨੀਆ ਰੇ ਜੈਸੇ ਕਾਗਰਾ ਕਰਤ ਵਿਚਾਰੰ। ਤਾੜੀ ਦਾ ਰੁੱਖ ਮਿਲਦਾ ਜੀ ਬਿਹਾਰ ਵਿੱਚ, यूपी ਵਿੱਚ ਵੀ ਮਿਲਦਾ ਹੈ। ਇਹਨੂੰ ਸ਼ਾਸਤਰ ਕਹਿੰਦਾ ਇਹ ਰੁੱਖ ਅਪਵਿੱਤਰ ਹੈ। ਉਹਦੇ ਵਿੱਚੋਂ ਜਿਹੜਾ ਰਸ ਹੁੰਦਾ ਹੈ ਉਹ ਸ਼ਰਾਬ ਦੇ ਨਸ਼ੇ ਵਰਗਾ ਹੁੰਦਾ ਹੈ ਜੀ। ਤਾੜੀ ਦੇ ਰੁੱਖ ਚੋਂ ਇਹ ਕੀ ਕਰਦੇ ਆ ਜਿਹੜੇ ਪੀਂਦੇ ਨੇ ਜੋ ਨਸ਼ਾ, ਉਹ ਰੁੱਖ ਨੂੰ ਕੱਟ ਲਾ ਕੇ ਉਹਦੇ ਨਾਲ ਨਿੱਕਾ ਜਿਹਾ ਬਰਤਨ ਬੰਨ ਦਿੰਦੇ ਨੇ, ਉਹਦੇ ਵਿੱਚ ਨਾ ਤੁਪਕੇ ਡਿੱਗਦੇ ਰਹਿੰਦੇ ਆ, ਉਹਦਾ ਕਾਗਜ਼ ਬਣਦਾ ਹੈ। ਭਗਤ ਰਵਿਦਾਸ ਦੇਖੋ ਕਿੱਡਾ ਸ਼ੁਕਰਾਨਾ, ਕਹਿੰਦੇ ਤਾੜੀ ਦਾ ਰੁੱਖ ਅਪਵਿੱਤਰ ਹੈ। ਇੱਥੋਂ ਤੱਕ ਕਿ ਤਾੜੀ ਦੇ ਰੁੱਖ ਦਾ ਕਾਗਜ਼ ਬਣਿਆ ਹੋਵੇ ਤਾਂ ਵੀ ਉਹ ਕਹਿੰਦੇ ਨਾ ਨਾ ਇਹਨੂੰ ਹੱਥ ਨਹੀਂ ਲਾਣਾ, ਇਹ ਅਪਵਿੱਤਰ ਰੁੱਖ ਦਾ ਬਣਿਆ।
ਪਰ ਜਦੋਂ ਉਸ ਰੁੱਖ ਦੇ ਬਣੇ ਹੋਏ ਕਾਗਜ਼ ਉੱਤੇ ਕੋਈ ਰਾਮ ਲਿਖਦਾ, ਵਾਹਿਗੁਰੂ ਲਿਖਦਾ, ਕਰਤਾਰ ਲਿਖਦਾ, ਪ੍ਰਮਾਤਮਾ ਦੀ ਭਗਤੀ ਲਿਖਦਾ, ਉਸੇ ਕਾਗਜ਼ ਨੂੰ ਲੋਕ ਮੱਥੇ ਟੇਕਦੇ ਆ। ਭਗਤ ਜੀ ਕਹਿੰਦੇ ਆ, ਵਾਹਿਗੁਰੂ ਜੀ ਹਾਂ ਤੇ ਅਸੀਂ ਤਾੜੀ ਦੇ ਰੁੱਖ, ਇਹ ਸਾਨੂੰ ਅਪਵਿੱਤਰ ਕਹਿੰਦੇ ਆ, ਪਰ ਇਸ ਭਗਤ ਰਵਿਦਾਸ ਸਾਹਿਬ ਕਹਿੰਦੇ ਆ, ਹਿਰਦੇ 'ਚ ਜਿੱਦਨ ਦਾ ਤੇਰਾ ਨਾਮ ਵਸ ਗਿਆ ਨਾ, ਇਹ ਬਾਹਮਣ ਵੀ ਮੱਥੇ ਟੇਕਦੇ ਆ। ਇਹ ਮੇਰੀ ਜਾਤ ਕਰਕੇ ਨਹੀਂ ਟੇਕਦੇ, ਤੇਰੇ ਨਾਮ ਕਰਕੇ ਟੇਕ, ਤੇਰੇ ਨਾਮ ਨੇ ਸਾਨੂੰ ਉੱਚਾ ਕੀਤਾ। ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖੀਐ ਤੈ ਊਪਰੈ, ਪੂਜੀਐ ਕਰ ਨਮਸਕਾਰੰਗ, ਮੇਰੀ ਜਾਤ ਕੁਟ ਬਾਂਡਲਾ, ਢੋਲ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰ ਡੰਡੌਤ, ਤੇਰੇ ਨਾਮ ਸ਼ਰਨਾਏ ਰਵਿਦਾਸ। ਸਿੱਖ ਜਗਤ 'ਚ ਇਹ ਘਟਨਾ ਵਾਪਰੀ। ਮੈਂ ਥੋੜੇ 5-4 ਮਿੰਟ ਤੁਹਾਡੇ ਲੈਣੇ, ਫਿਰ ਨਾਮ ਜਪਾਂਗੇ। ਅੱਜ ਮੈਨੂੰ ਪਿੱਛੇ ਕੁੰਡਾ ਕੋਈ ਨਹੀਂ ਹੈਗਾ ਮੇਰੇ, ਉਂਝ ਮੈਨੂੰ ਸੱਚੀ ਤਾਂ ਮੈਂ ਹੱਸਦਾ ਨਹੀਂ, ਮੇਰੇ ਨਾਲ ਹੁੰਦਾ ਹਰ ਸਟੇਜ ਤੇ ਇਸ ਤਰ੍ਹਾਂ ਹੀ, ਕਦੀ ਮੈਨੂੰ ਖਿੱਚ ਕੇ ਅੱਗੇ ਟਾਈਮ ਲਾ ਜਾਂਦੇ, ਕਦੀ ਪਿੱਛੇ ਲੈ ਜਾਂਦੇ, ਕਦੀ ਵਿਚਕਾਰ ਲੈ ਜਾਂਦੇ ਹਨ। ਪਰ ਤੁਹਾਡਾ ਧੰਨਵਾਦ ਆ, ਤੁਸੀਂ ਬੈਠੇ ਹੋ ਸੱਚੀ। ਭਾਈ ਮਰਦਾਨਾ ਜੀ ਤੁਹਾਨੂੰ ਪਤਾ ਮਿਰਾਸੀ ਨੇ। ਹਾਂਜੀ, ਮਿਰਾਸ ਸ਼ਬਦ ਅਰਬੀ ਦਾ ਹੈ, ਇਹਦਾ ਅਰਥ ਹੁੰਦਾ ਸੰਭਾਲਣ ਵਾਲਾ। ਮਿਰਾਸੀ ਦਾ ਅਰਥ ਹੈ ਕਿ ਜਿਹੜਾ ਤੁਹਾਡੇ ਘਰ ਦਾ ਬਹੁਤ ਕੁਝ, ਖਾਨਦਾਨ ਦਾ ਕੁਰਸੀਨਾਮਾ ਸਾਂਭ ਕੇ ਬੈਠਾ ਹੈ। ਭਾਈ ਗੁਰਦਾਸ ਸਾਹਿਬ ਜੀ ਚਲੇ ਗਏ ਜੀ, ਬਨਾਰਸ ਗਏ। ਕਾਫੀ ਲੰਮਾ ਸਮਾਂ ਭਾਈ ਗੁਰਦਾਸ ਸਾਹਿਬ ਬਨਾਰਸ ਰਿਹਾ। ਭਾਈ ਗੁਰਦਾਸ ਸਾਹਿਬ ਆਗਰੇ ਵੀ ਰਹੇ ਆ। ਉੱਥੇ ਜਦੋਂ ਚਰਚਾ ਹੋਣੀ ਬ੍ਰਾਹਮਣਾਂ ਨਾਲ, ਤੇ ਉਹਨਾਂ ਨੇ ਇੱਕ ਦਿਨ ਕਹਿ ਦਿੱਤਾ, ਬਾਕੀ ਗੱਲਾਂ ਤਾਂ ਠੀਕ ਜੀ, ਹੁਣ ਚੇਤੇ ਰੱਖਿਓ ਬਰਦਾਸ਼ਤ ਅੱਜ ਵੀ ਨਹੀਂ ਉਹ ਕਰਦੇ, ਕਿਉਂਕਿ ਅਸੀਂ ਸਾਡਾ ਧਿਆਨ ਉਹਨਾਂ ਕਨਵਰਟ ਕੀਤਾ ਹੋਇਆ ਸਾਰਿਆਂ ਦਾ। ਮੈਂ ਬਿਲਕੁਲ ਰਾਜਨੀਤੀ ਤੇ ਨਾ ਕਦੀ ਬੋਲਿਆ, ਨਾ ਬੋਲਣਾ ਚਾਹਨਾ। ਸਾਡੇ ਵਰਗਾ ਭੋਲਾ ਤੇ ਸਾਡੇ ਵਰਗਾ ਲਾਈ ਲੱਗ ਕੋਈ ਨਹੀਂ ਬਖਸ਼ਦਾ। ਜਿਸ ਦਿਨ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਦੂਜੇ ਲੋਕਾਂ ਤੱਕ ਸਮਝ ਪਹੁੰਚ ਗਿਆ, ਇੱਥੇ ਧਰਮ ਦੇ ਆਧਾਰ ਤੇ ਸਭ ਇੱਕੋ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਭਾਸ਼ਾ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ, ਜਾਤ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ। ਇੱਥੋਂ ਤੱਕ ਰੱਬ ਦਾ ਨਾਮ ਕੋਈ ਰਾਮ ਬੋਲੇ ਤੇ ਅੱਲਾ ਬੋਲੇ, ਉਹਦਾ ਵੀ ਕੋਈ ਵਿਤਕਰਾ ਨਹੀਂ। ਸਭੇ ਸਾਂਝੀ ਵਾਲ ਸਦਾਇਨ, ਇਹ ਸਭ ਦਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, ਚੌ ਵਰਨਾ ਕੋ ਸਾਂਝਾ। ਜਿਸ ਸਿਧਾਂਤ ਨੇ ਪੂਰੇ ਬ੍ਰਹਿਮੰਡ ਦੀ ਅਗਵਾਈ ਕਰਨੀ ਸੀ, ਵੱਧ ਕਿਸਮਤੀ ਹੋਵੇ ਸਾਡੇ ਵਰਗੇ ਬੁਲਾਰਿਆਂ ਨੂੰ ਗੁਰਦੁਆਰੇ 'ਚ ਵੀ ਡਾਂਗਾ ਦਾ ਵਿਸ਼ਾ ਬਣਾ ਕੇ ਰੱਖ ਦਿੱਤਾ। ਜਿਹੜਾ ਸ਼ਬਦ ਹੈ, ਇਦੋਂ ਵੱਡਾ ਸਿਧਾਂਤ ਤੁਹਾਨੂੰ ਮਿਲੇਗਾ ਕਿਤੇ ਜੀ? ਤੇ ਫਿਰ ਕੱਲਾ ਸਿਧਾਂਤ ਨਹੀਂ, ਪ੍ਰੈਕਟੀਕਲ ਹੈ। ਭਾਈ ਸਾਹਿਬ ਉੱਥੇ ਗਏ, ਉਹਨਾਂ ਨੇ ਕਿਹਾ ਜੀ ਬਾਕੀ ਗੱਲਾਂ ਤੁਹਾਡੀਆਂ ਠੀਕ ਨੇ, ਪਰ ਤੁਸੀਂ ਤਾਂ ਡੂਮਾਂ ਤੋਂ ਬਹਿ ਕੇ ਸ਼ਬਦ ਸੁਣਦੇ ਹੋ। ਅਸੀਂ ਉਹਨਾਂ ਨੂੰ ਉੱਥੇ ਲਫ਼ਜ਼ ਜਿਹੜਾ ਕੁੱਤਾ ਵਰਤਿਆ, ਵਾਹਿਗੁਰੂ ਮੈਂ ਬਾਣੀ ਚੋਂ ਕਹਿ ਰਿਹਾ, ਕਹਿੰਦੇ ਅਸੀਂ ਤਾਂ ਉਸ ਜਾਤ ਨੂੰ ਬੜਾ ਨੀਵਾਂ ਸਮਝਨੇ ਆ। ਤੁਸੀਂ ਉਹਨਾਂ ਤੋਂ ਸ਼ਬਦ ਸੁਣਦੇ ਹੋ ਉੱਚੇ ਬਿਠਾ ਕੇ। ਉਹਨਾਂ ਦਾ ਇਸ਼ਾਰਾ ਸੀ ਭਾਈ ਸਾਹਿਬ। ਉੱਥੇ ਭਾਈ ਗੁਰਦਾਸ ਸਾਹਿਬ ਨੇ ਇੱਕ ਪੌੜੀ ਕਹੀ, ਕਹਿਣ ਲੱਗੇ ਤੁਹਾਨੂੰ ਸਮਝਾਉਣ ਲਈ, ਬ੍ਰਾਹਮਣ ਨੂੰ ਕਹਿੰਦੇ ਨੇ ਤੁਹਾਨੂੰ ਸਮਝਾਉਣ ਲਈ, ਲੈਲਾ ਤੇ ਮਜਨੂ ਦਾ ਆਪਸੀ ਪਿਆਰ ਸੀ। ਉਂਝ ਮੈਂ ਇੱਕ ਵਾਰ ਕਿਹਾ ਸੀ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਇਸ਼ਕ ਮਜਾਜੀ ਵਾਲੇ ਆਸ਼ਕ ਦਾ ਜ਼ਿਕਰ ਨਹੀਂ ਕੀਤਾ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਲੈਲਾ ਮਜਨੂ, ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹਿਵਾਲ, ਹਾਂ ਭਾਈ ਗੁਰਦਾਸ ਸਾਹਿਬ ਨੇ ਕੀਤਾ, ਗੁਰੂ ਗੋਬਿੰਦ ਸਿੰਘ ਦੀ ਰਚਨਾ 'ਚ ਮਿਲੇਗਾ, ਪਰ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਭਾਈ ਸਾਹਿਬ ਨੇ ਲਿਖਿਆ ਵੀ ਸੋਹਣੀ ਮਹੀਵਾਲ ਨੂੰ ਨੈ ਤਰਦੀ ਰਾਤੀ, ਸੋਠ ਬੀਜਾ ਗਾਵੀਆ ਜਸੂੜਾ ਵਾਤੀ। ਹੁਣ ਉਹਨਾਂ ਕਿਹਾ ਜੀ ਸਾਨੂੰ ਇਹ ਦੱਸੋ ਤੁਸੀਂ ਕਿਉਂ ਕਰਦੇ ਹੋ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਲੈਲਾ ਦੇ ਘਰ ਸੀ ਕੁੱਤਾ। ਮੈਂ ਬੇਨਤੀ ਕਰ ਰਿਹਾ, ਅਸੀਂ ਜਾਤ ਨਹੀਂ ਵੇਂਦੇ, ਅਸੀਂ ਸ਼ਬਦ ਸੁਣਨੇ ਆ। ਉਹਦੀ ਜਾਤ ਕੋਈ ਵੀ ਹੋਵੇ, ਜਿਨੇ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਦਾਤ ਲੈ ਗਈ, ਉਹ ਮਾਤਾ ਸਾਹਿਬ ਕੌਰ ਦਾ ਬੇਟਾ ਬਣ ਗਿਆ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਦਾ ਲਾਡਲਾ ਪੁੱਤਰ ਬਣ ਗਿਆ। ਇਹ ਉਸ ਵੇਲੇ ਦੀ ਗੱਲ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਲੈਲਾ ਦੇ ਘਰ ਚੋਂ ਕੁੱਤਾ ਨਿਕਲਿਆ, ਤੇ ਮਜਨੂ ਨੇ ਲੈਲਾ ਨੂੰ ਕਈ ਦਿਨਾਂ ਦਾ ਦੇਖਿਆ ਨਹੀਂ।
ਇਹ ਯਾਦ ਰੱਖਿਓ 37ਵੀਂ ਵਾਰ ਦੀ 31ਵੀਂ ਪੌੜੀ ਹੈ, ਕਿਉਂਕਿ ਹੋ ਸਕਦਾ ਘਰਾਂ 'ਚ ਸੁਣਦਾ ਕੋਈ ਜੱਜਮੈਂਟ ਕਰੇ ਜੀ ਇਹ ਕਿੱਥੇ ਲਿਖਿਆ। ਉਂਝ ਮੈਂ ਸੁਣਾ ਦਿਆਂਗਾ ਇਸ ਪੌੜੀ ਨੂੰ। ਉਹਨਾਂ ਕਿਹਾ ਵੀ ਲੈਲਾ ਦੇ ਘਰ ਚੋਂ ਕੁੱਤਾ ਨਿਕਲਿਆ ਤੇ ਮਜਨੂ ਕੁੱਤੇ ਦੀ ਪਹਿਚਾਣ ਸੀ, ਉਹ ਕੁੱਤੇ ਦੇ ਪਿੱਛੇ ਭੱਜ ਗਿਆ। ਲੋਕ ਕਹਿਣ ਸ਼ਦਾਈ ਬੰਦਾ ਕੁੱਤੇ ਪਿੱਛੇ ਤੁਰਿਆ ਜਾਂਦਾ, ਬੰਦਾ ਹੋ ਕੇ ਕੁੱਤੇ ਦੇ ਪੈਰ ਨੂੰ ਚੁੰਮੀ ਜਾਏ, ਕੁੱਤੇ ਨੂੰ ਪਕੜ ਕੇ ਉਹਦੇ ਪੈਰਾਂ 'ਚ ਮੱਥੇ ਟੇਕੇ। ਲੋਕਾਂ ਕਿਹਾ ਉਹ ਕੀ ਹੋ ਗਿਆ ਸ਼ਦਾਈਆ, ਇਹ ਕੁੱਤਾ ਹੈ। ਕਹਿੰਦਾ ਕੁੱਤਾ ਨਹੀਂ, ਇਹਦੀਆਂ ਅੱਖਾਂ ਦੇਖੋ, ਮੇਰੇ ਮਹਿਬੂਬ ਨੂੰ ਦੇਖ ਕੇ ਆਇਆ ਜਿਹਨੂੰ ਦੇਖਿਆ ਮੈਨੂੰ ਕਈ ਦਿਨ ਹੋ ਗਏ। ਭਾਈ ਸਾਹਿਬ ਕਹਿੰਦੇ ਆ ਜਿਹਨੂੰ ਤੁਸੀਂ ਨੀਵੀਂ ਜਾਤ ਦਾ ਕਹਿੰਦੇ ਹੋ, ਮੇਰੇ ਬਾਬੇ ਨੇ ਭਾਈ ਬਣਾਇਆ ਹੈ। ਅਸੀਂ ਤਾਂ ਉਹਦੇ ਚਰਨ ਧੋ ਕੇ ਵੀ ਨਮਸਕਾਰ ਕਰਾਂਗੇ, ਸਾਨੂੰ ਬਾਬਾ ਜੀ ਦਾ ਸ਼ਬਦ ਸੁਣਾ। ਇਹ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਲੈਲੀ ਦੀ ਦਰਗਾਹ ਦਾ ਕੁੱਤਾ, ਦਰਗਾਹ ਦਾ ਮਤਲਬ ਘਰ, ਲੈਲੀ ਦਾ ਅਰਥ ਹੈ ਲੈਲਾ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਵਾਣਾ, ਕੁੱਤੇ ਦੀ ਪੈਰੀ ਪਵੇ ਹੇੜੇ ਹਰਸੇ ਲੋਕ ਵਿਡਾਣਾ। ਮੇਰਾਸੀ ਮੇਰਾਸੀਆਂ ਨਾਮ ਧਰੀਕ ਮਰੀਦ ਬਵਾਣਾ, ਮਰਾਸੀਆਂ ਵਿੱਚੋਂ ਮੇਰਾਸੀ ਨਾਮ ਧਰੀਕ ਮੁਰੀਦ ਬਵਾਣਾ। ਕੁੱਤਾ ਡੂਮ ਵਖਾਣੀਐ, ਕੁੱਤਿਆਂ ਵਿੱਚ ਕੁੱਤਾ ਨਹੀਂ ਮਾਣਾ। ਭਾਈ ਸਾਹਿਬ ਕਹਿੰਦੇ ਤੁਸੀਂ ਜਾਤ ਦੀ ਗੱਲ ਕਰਦੇ ਹੋ, ਸਾਡੇ ਚ ਗੁਰਸਿੱਖ ਆਸ਼ਿਕ ਸ਼ਬਦ ਦੇ ਕੁੱਤੇ ਦਾ ਪੜਕੁੱਤਾ ਪਾਣ। ਸਾਨੂੰ ਤਾਂ ਭਾਈ ਅਸੀਂ ਸ਼ਬਦ ਦੇ ਆਸ਼ਿਕਾਂ। ਮੈਂ ਇੱਕ ਹੋਰ ਬੇਨਤੀ ਕਰਾਂ, ਥੋੜੇ ਸ਼ਬਦ ਮੈਂ ਹੋਰ ਲੈਣ ਲੱਗਾ, ਉਹਦੇ ਅਰਥਾਂ ਦੀ ਲੋੜ ਨਹੀਂ, ਤੁਹਾਨੂੰ ਸਭ ਨੂੰ ਸ਼ਬਦ ਉਹ ਚੇਤੇ ਵਿਜਵਾਨੀ। ਗੁਰੂ ਸਾਹਿਬ ਨੇ ਨਾ ਕਿੰਨੀ ਵਡਿਆਈ ਕੀਤੀ ਭਗਤਾਂ ਦੀ। ਹੁਣ ਜਿਉਂ-ਜਿਉਂ ਭਗਤ ਬਾਣੀ ਆਪਾਂ ਅੱਗੇ ਸ਼ਲੋਕ ਆਉਣਗੇ, ਇਹ ਤਾਂ ਉਹ ਸੱਚ ਹੈ। ਭਗਤ ਕਬੀਰ ਸਾਹਿਬ, ਇਹਦੀ ਤਾਂ ਸੁਗੰਧੀ ਨਹੀਂ ਮਰਨੀ ਕਦੀ। ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਹੈ, ਗੁਰੂ ਰਾਮਦਾਸ ਦਾ ਇੱਕ ਸ਼ਬਦ, ਗੁਰੂ ਅਮਰਦਾਸ ਜੀ ਦਾ ਸ਼ਬਦ। ਕਿੰਨੀ ਵੱਡੀ ਵਡਿਆਈ ਗੁਰਦੇਵ ਕਰਦੇ ਆ ਭਗਤਾਂ ਦੀ। ਭਗਤ ਗੁਰੂ ਅਮਰਦਾਸ ਦਾ ਬਚਨ ਹੈ, ਨਾਮਾ ਛੀਂਬਾ ਕਬੀਰ ਜੁਲਾਹਾ। ਇੱਕ ਕਿਉਂਕਿ ਭਗਤ ਨਾਮਦੇਵ ਨੇ ਕਿਹਾ ਛਿਪੇ ਕੇ ਜਨਮ ਕਾਇ ਕੋ ਆਇਆ, ਨਾਮਾ ਛਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਉਹ ਸ਼ੂਦਰ ਨਹੀਂ, ਬ੍ਰਹਮ ਕੇ ਬੇਤੇ, ਉਹ ਬ੍ਰਹਮ ਨੂੰ ਜਾਣਨ ਵਾਲੇ ਬ੍ਰਾਹਮਣ ਨੇ। ਹਉਮੈ ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵੇ, ਕੋਏ ਨਾ ਮੇਟੈ ਭਾਈ। ਬ੍ਰਹਮ ਕੇ ਬੇਤੇ, ਇਹ ਗੁਰੂ ਅਮਰਦਾਸ ਕਹਿ ਰਹੇ। ਧੰਨ ਗੁਰੂ ਰਾਮਦਾਸ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗਾਏ। ਅਰਥ ਸਮਝ ਗਏ ਨਾ ਜੀ, ਚਾਰੇ ਵਰਨਾਂ ਦੇ ਲੋਕ ਮੱਥਾ ਟੇਕਦੇ ਆ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲਿਆ ਮੁਖ ਲਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹ ਤਾਂ ਫਿਰ ਜੱਟਪੁਣਾ ਜਾਂ ਕੱਢ ਦਿੰਦੇ ਆ। ਮੈਂ ਬੜੀ ਸਿੱਧੀ ਗੱਲ ਸਟੇਜ ਤੋਂ ਕਹਿ ਰਿਹਾ, ਉੱਥੇ ਉਹਨਾਂ ਦਾ ਸ਼ਬਦ ਪੜੋ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਜਿਨ੍ਹਾਂ ਨੇ ਬੰਦਗੀ ਕੀਤੀ ਕਿੱਥੇ ਪਹੁੰਚ ਗਏ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਛੀਪਰੋ ਹੋਇਓ ਲਾਖੀਣਾ। ਅੱਧੀ ਕੌਡੀ ਦਾ ਛਿੰਬਾ ਲੋਕ ਕਹਿੰਦੇ ਸਨ, ਮਹਾਰਾਜ ਕਹਿੰਦੇ ਅਜ ਲੱਖਾਂ ਦਾ ਹੋ ਗਿਆ। ਹੁਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾਰਾ ਪਇਓ ਗੁਣੀ। ਇਹ ਫਿਰ ਧਿਆਨ ਨਾਲ ਸੁਣਿਓ, ਸ਼ਬਦ ਤੁਹਾਨੂੰ ਚੇਤੇ ਵੇ। ਅਸਲ ਚ ਕੀ ਹੈ, ਗੁਰੂ ਸਾਹਿਬ ਆਪਣੇ ਵਿਚਾਰ ਕੀ ਦਿੰਦੇ ਪਏ ਉਹਨਾਂ ਬਾਰੇ। ਪਹਿਲਾ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਤੇ ਗੁਰਦੇਵ ਦਾ ਵਿਚਾਰ ਇਹ ਵੇ, ਆਠ ਦਾਮ ਕੋ ਛੀਪਰੋ ਹੋਇਓ ਲਾਖੀਣਾ। ਹੁਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਹਲਾਰਾ ਭਇਓ ਗੁਣੀ ਗਹੀਰਾ। ਗੁਣਾ ਦੀ ਖਾਨ ਬਣ ਗਿਆ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ, ਇਹ ਘਰ ਘਰ ਸੁਣਿਆ। ਇਹ ਸਭ ਦੀ ਜਾਤ ਨੂੰ ਲੋਕ ਹੱਸਦੇ ਸਨ। ਇੱਕ ਛਿੰਬਾ ਹੈ, ਇੱਕ ਚਮਾਰ ਚਮ ਦਾ ਕੰਮ ਕਰਦੇ ਨੇ, ਇਹ ਇੱਕ ਜੁਲਾ ਹੈ, ਇੱਕ ਨੂੰ ਨਾਈ ਕਹਿੰਦੇ ਆ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਦ ਸੁਣ ਕੇ ਜਾਟ ਰੋਟ ਭਗਤੀ ਲਾਗਾ। ਮਿਲੇ ਪ੍ਰਤਾਪ ਗੁਸਾਈਆਂ ਧੰਨਾ ਵਡਭਾਗਾ। ਮੈਂ ਸਿਰਫ ਇਹ ਉਦਾਹਰਨਾਂ ਭਾਈ ਬਾਣੀ ਚੋਂ ਆਪਾਂ ਤਾਂ ਲਈਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਾਤ ਦੇ ਆਧਾਰ ਤੇ ਨਹੀਂ, ਇੱਥੇ ਕਰਮਾਂ ਦੇ ਆਧਾਰ ਤੇ ਨਿਬੇੜੇ ਹੋਣੇ। ਉਹਦੇ ਵੈਸੇ ਬੁੱਧ ਨੇ ਗੱਲ ਕਹਿ ਦਿੱਤੀ ਸੀ, ਉਹਨੇ ਮੁੱਦਤ ਪਹਿਲਾਂ ਕਿਹਾ ਸੀ, ਹਜ਼ੂਰ ਤੋਂ ਪਹਿਲਾਂ ਵੀ
ਉਹਨੇ ਕਿਹਾ ਕਰਮ ਦੇ ਆਧਾਰ ਤੇ ਬੰਦਾ ਨਿਰਧਾਰਿਤ ਕੀਤਾ ਜਾਂਦਾ ਹੈ, ਜਨਮ ਦੇ ਆਧਾਰ ਤੇ ਨਹੀਂ। ਅੱਜ ਵੀ ਅਸੀਂ ਕਹਿੰਦੇ ਤੇਰਾ ਜਨਮ ਸਿੱਖ ਕਰ ਪੈਦਾ ਹੋਇਆ ਹੈ, ਠੀਕ ਹੈ, ਕਹਿ ਦਿਓ ਕਮਿਊਨਿਟੀ ਕਰ ਪੈਦਾ ਹੋਇਆ ਹੈ। ਸਿੱਖ ਤਾਂ ਉਦਣ ਬਣਦਾ ਜਿੱਦਣ ਗੁਰੂ ਗੋਬਿੰਦ ਸਿੰਘ ਦੇ ਘਰ 'ਚ ਦਾ ਜਨਮ ਹੁੰਦਾ, ਫਿਰ ਸਿੱਖ ਦੇ ਘਰ ਪੈਦਾ ਹੋ ਗਿਆ। ਪਰ ਸਿੱਖ ਵਾਲਾ ਆਚਰਣ ਤੇ ਨਹੀਂ ਨਾ। ਇੱਥੇ ਵੀ ਇਸ ਗੱਲ ਨੂੰ ਫਿਰ ਧਿਆਨ 'ਚ ਰੱਖਿਓ। ਆਪਾਂ ਕਹਿੰਦੇ ਆ ਇੰਨੀ ਗਿਣਤੀ ਸਿੱਖਾਂ ਦੀ, ਮੈਨੂੰ ਬਖਸ਼ ਦਿਓ, ਮੈਂ ਕੱਟੜ 'ਚ ਨਹੀਂ ਕਹਿ ਰਿਹਾ, ਸਿੱਖਾਂ ਦੀ ਗਿਣਤੀ ਘੱਟ ਹੀ ਹੈ। ਕਿਸੇ ਨੇ ਮੇਰਾ ਖਿਆਲ ਬਰਾੜ ਸ਼ਾਹ, ਚਲੋ ਇਹ ਤੁਹਾਡਾ ਰਸਤਾ, ਬਰਾੜ ਸ਼ਾਹ ਵਿਦਵਾਨ ਹੋਇਆ, ਇਹਨੂੰ ਕਿਸੇ ਪੁੱਛਿਆ ਸੀ ਕਿ ਕਿੰਨੇ ਈਸਾਈ ਹੋਏ ਆ, ਕਹਿੰਦਾ ਇੱਕੋ ਹੀ ਹੋਇਆ ਸੀ, ਸੂਲੀ ਚੜ ਗਿਆ। ਇਸ ਕਰਕੇ ਮੇਰੀ ਬੇਨਤੀ ਜੀ, ਗੁਰਮਤ ਵਿੱਚ ਕਿਸੇ ਦਾ ਜਾਤ ਦੇ ਆਧਾਰ ਤੇ ਮਜ਼ਾਕ ਨਹੀਂ ਉਡਾਇਆ ਜਾ ਸਕਦਾ। ਇੱਥੇ ਭਗਤ ਜੀ ਨੇ ਠੋਕ ਕੇ ਕਿਹਾ, ਕਹਿਣ ਲੱਗੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਤੁਸੀਂ ਮੇਰੀ ਜਾਤ ਦਾ ਮਜ਼ਾਕ ਉਡਾਉਂਦੇ ਹੋ। ਪਰ ਕਹਿ ਰਹੇ ਨੇ ਬਲਿਹਾਰੀ ਇਸ ਜਾਤ ਕੋ, ਜੇ ਮੈਂ ਉੱਚੀ ਕੁਲ ਚ ਪੈਦਾ ਹੁੰਦਾ ਸ਼ਾਇਦ ਹੰਕਾਰੀ ਬਹੁਤ ਹੁੰਦਾ। ਅੱਜ ਮੈਂ ਉਸ ਕੁਲ ਚ ਪੈਦਾ ਹੋਇਆ ਜਿਹਨੂੰ ਤੁਸੀਂ ਸ਼ੂਦਰ ਕਹਿ ਰਹੇ ਹੋ, ਤੇ ਇਸ ਕੁਲ ਚ ਪੈਦਾ ਹੋ ਕੇ ਜਾਂ ਜਪਿਓ ਸਿਰਜਣਹਾਰ, ਮੈਂ ਉਸ ਸਿਰਜਣਾ ਕਰਨ ਵਾਲੇ ਪਰਮਾਤਮਾ ਦੀ ਬੰਦਗੀ ਕੀਤੀ। ਪਿਆਰਿਓ ਯਾਦ ਰੱਖਿਓ, ਆ ਅਗਾ ਵੈਸਾਖੀ ਆ ਰਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਦਣ ਅੰਮ੍ਰਿਤ ਦੀ ਦਾਤ ਦਿੱਤੀ ਨਾ, ਉਹ ਦਿਨ ਭਾਵੇਂ ਚਲੋ ਇਹ ਇਤਿਹਾਸਕਾਰਾਂ ਨੇ ਬੋਲ ਕੇ ਨੇ, ਜਾ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਜੇ ਪਿਛਲਾ ਜਨਮ ਕਹੋ, ਪਿਛਲੀ ਜਾਤ, ਇੱਕ ਖੱਤਰੀ, ਦੂਜਾ ਜਾਟ, ਤੀਸਰਾ ਛਿੰਬਾ, ਚੌਥਾ ਝੂਰ, ਤੇ ਪੰਜਵਾਂ ਨਾਈ। ਅੰਮ੍ਰਿਤ ਛਕਣ ਤੋਂ ਪਹਿਲਾਂ ਦੀ ਗੱਲ ਮੈਂ ਕਰ ਰਿਹਾ, ਕਿੱਡੀ ਵੱਡੀ ਕ੍ਰਾਂਤੀ ਆ ਗਈ ਸੀ ਜੀ। ਉਹਨਾਂ ਸਾਰਿਆਂ ਨੂੰ ਇੱਕ ਬਾਟੇ ਚੋਂ ਅੰਮ੍ਰਿਤ ਦੀ ਦਾਤ ਦਿੱਤੀ। ਉਹਨਾਂ ਪੰਜਾਂ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਨੂੰ ਚੁਲੇ ਦਿੱਤੇ। ਉਹਨਾਂ ਪੰਜਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਇੱਕ ਇੱਕ ਚੁਲਾ ਦਿੱਤਾ। ਫਿਰ ਅਰਜਾ ਉਹਨਾਂ ਪੰਜਾਂ ਦੇ ਨੇਤਰਾਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਛੱਟੇ ਮਾਰੇ। ਉਹਨਾਂ ਪੰਜਾਂ ਨੇ ਗੁਰੂ ਗੋਬਿੰਦ ਸਿੰਘ ਦੇ ਨੇਤਰਾਂ 'ਚ। ਉਹ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ। ਫਿਰ ਮੇਰੀ ਬੇਨਤੀ ਸੁਣਿਓ, ਖੈਰ ਤਾਂ ਖੱਤਰੀ, ਜੱਟ, ਝੂਰ, ਛਿੰਬਾ, ਨਾਈ, ਪਰ ਅੰਮ੍ਰਿਤ ਛਕਾਉਣ ਤੋਂ ਬਾਅਦ ਕਹਿਣ ਲੱਗੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨੀਕੋ। ਕਹਿੰਦੇ ਜੇ ਸੇਵਾ ਕਰਨੀ ਇਹਨਾਂ ਦੀ ਕਰਿਓ, ਜੇ ਦਾਨ ਕਰਨਾ ਤੇ ਇਹਨਾਂ ਨੂੰ ਕਰਿਓ। ਅੱਜ ਸਿੱਖਾਂ ਨੂੰ ਇਸ ਤੁਕ ਬਾਰੇ ਸੋਚਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਲੰਗਰ ਆਪਾਂ ਲਾਣੇ ਨਹੀਂ, ਲਾਈਏ ਜੀ ਸਦਕੇ, ਪਰ ਗੁਰੂ ਗੋਬਿੰਦ ਸਿੰਘ ਦੀ ਗੱਲ ਚੇਤੇ ਰੱਖਿਓ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨੀਕੋ। ਖਾਲਸੇ ਦੇ ਬੱਚਿਆਂ ਦੀ ਪਰਵਰਿਸ਼ ਕਰੋ, ਏਦੂ ਵੱਡਾ ਪੁੰਨ ਕਿਤੋਂ ਨਹੀਂ ਮਿਲ। ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ। ਬਾਕੀ ਅਗਲੇ ਸ਼ਲੋਕ ਦੀ ਵਿਚਾਰ ਆਪਾਂ ਕੱਲ ਕਰਾਂਗੇ ਜੀ। ਆਪ ਜੀ ਦਾ ਬਹੁਤ ਧੰਨਵਾਦ। ਕਾਫੀ ਲੰਮਾ ਸਮਾਂ ਬੈਠੇ ਆਪ ਜੀ। ਹੁਣ ਕੱਲ ਨੂੰ ਭਾਈ ਸਾਹਿਬ ਜੀ ਨੇ ਵੀ ਆ ਜਾਣਾ, ਭਾਈ ਹਰਜਿੰਦਰ ਸਿੰਘ ਜੀ ਨੇ ਵੀ, ਤੇ ਤੁਸੀਂ ਵੀ ਆਪਣੀ ਤਿਆਰੀ ਬਦਲ 3 ਕੁ ਘੰਟੇ ਦੀ ਚੌਂਕੜੀ ਜ਼ਰੂਰ ਅਭਿਆਸ ਕਰਕੇ ਆਇਓ, ਕਿਉਂਕਿ ਇੰਨਾ ਸਮਾਂ ਤੇ ਬਹਿਣਾ ਹੀ ਪੈਣਾ ਹੈ ਨਾ। ਤੇ ਦਿਲਬਰ ਸਾਹਿਬ ਗੱਲ ਕਹਿੰਦੇ ਹੁੰਦੇ, ਅਖੀਰਲਾ ਸਮਾਂ ਦੁਸ਼ਮਣ ਦਾ ਵੀ ਨਾ ਆਵੇ। ਤੇ ਕਰੋ ਕਿਰਪਾ ਜੀ, ਹੁਣ ਥੋੜਾ ਆਪਾਂ ਨਾਮ ਜਪ ਲਈਏ ਸਾਰੇ ਜੀ। ਪਹਿਲਾਂ ਦਾਸ, ਫਿਰ ਖਾਲਸਾ ਜੀ, ਤੁਸੀਂ ਤੀਜੇ ਹਿੱਸੇ ਵਿੱਚ ਬੀਬੀਆਂ ਪੈਣਾ। ਸਾਰੇ ਜਪਿਓ ਜੀ ਉੱਚੀ ਆਵਾਜ਼ ਵਿੱਚ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਿੰਘੋ ਸਾਰੇ ਬੋਲੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ। ਸਿੰਘੋ ਆਵਾਜ਼ ਕੱਢੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਚਰਨਾਂ 'ਚ ਬੈਠ ਕੇ ਆਪ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਦਿਆਂ, ਅਰਥ ਕਰਦਿਆਂ ਸਤਿਗੁਰੂ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਜੀ, ਆਪ ਜੀ ਨੇ ਬਖਸ਼ ਦੇਣਾ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।